ਹੈਲੋ ਸਟੂਡੈਂਟਸ ਵੈਲਕਮ। ਸੋ ਪੀ ਟ੍ਰਿਪਲ ਐਸ ਬੀ ਦੀ ਜੋ ਫ੍ਰੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਮੈਥਸ ਐਂਡ ਜੀਐਸ ਦੀ, ਉਹਦੇ ਵਿੱਚ ਮੈਥਸ ਦਾ ਅੱਜ 5th ਲੈਕਚਰ ਹੈ। ਸੋ ਜਿਹੜੇ ਵੀ ਬੱਚੇ ਵੀਡੀਓ 'ਚ ਪਹਿਲੀ ਵਾਰ ਆਏ ਹੈ, ਕਾਈਂਡਲੀ ਪਹਿਲੀ 4 ਵੀਡੀਓਜ਼ ਦੇਖ ਲਓ, ਜਿਹਦੇ ਵਿੱਚ ਆਪਾਂ ਬੇਸਿਕ ਤੋਂ ਮੈਥਸ ਜਿਹੜਾ ਵਾ ਪਰਸੈਂਟੇਜ ਸਟਾਰਟ ਕੀਤੀ ਹੈ। ਸਾਰੇ ਟੌਪਿਕਸ ਸਬ ਟੌਪਿਕਸ ਜਿਹੜੇ ਹੈ ਪੀ ਟ੍ਰਿਪਲ ਐਸ ਬੀ ਦੇ ਕਵਰ ਕੀਤੇ ਜਾਣਗੇ, ਜੋ ਅੱਜ ਤੱਕ ਪੀ ਟ੍ਰਿਪਲ ਐਸ ਬੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਦੇ ਵਿੱਚ ਪੁੱਛੇ ਗਏ ਹੈ। ਸੋ ਅੱਜ ਅਸੀਂ ਪਰਸੈਂਟੇਜ ਦੀ 5th ਕਲਾਸ ਕਰਾਂਗੇ। ਕਿਸੇ ਨੂੰ ਵੀ ਇਹਨਾਂ ਕੁਐਸਚਨਸ ਦੀ ਪੀਡੀਐਫ ਚਾਹੀਦੀ ਹੈ ਤੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਚੈਨਲ ਜੋ ਹੈ ਜੁਆਇਨ ਕਰ ਸਕਦੇ ਆ। ਉੱਥੇ ਸਾਰਾ ਜਿਹੜਾ ਕੰਟੈਂਟ ਹੈ ਫ੍ਰੀ ਆਫ ਕਾਸਟ ਉਹ ਤੁਹਾਨੂੰ ਮਿਲ ਜਾਊਗਾ। ਸੋ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਏ ਸਟਾਰਟ ਕਰਦੇ ਹਾਂ ਅਸੀਂ ਪਹਿਲਾ ਕੁਐਸਚਨ। ਸੋ ਅੱਜ ਅਸੀਂ ਪਰਸੈਂਟੇਜ ਦੇ ਵਿੱਚ ਕਰਾਂਗੇ ਐਗਜ਼ਾਮੀਨੇਸ਼ਨ ਵਾਲੇ ਕੁਐਸਚਨਸ, ਠੀਕ ਹੈ। ਸੋ ਸਾਰੇ ਕੁਐਸਚਨ, ਕਿਉਂਕਿ ਐਗਜ਼ਾਮੀਨੇਸ਼ਨ ਵਾਲੇ ਕੁਐਸਚਨ ਬਹੁਤ ਜ਼ਿਆਦਾ ਐਗਜ਼ਾਮਸ ਦੇ ਵਿੱਚ ਪੁੱਛੇ ਗਏ ਆ। ਸੋ ਸਾਡੇ ਕੋਲ 20 ਕੁਐਸਚਨਸ ਦਾ ਸੈੱਟ ਹੈ ਜਿਹੜੇ ਸਾਰੇ ਦੇ ਸਾਰੇ ਐਗਜ਼ਾਮੀਨੇਸ਼ਨ ਤੇ ਬੇਸਡ ਹੈ। ਸੋ ਫਸਟ ਕੁਐਸਚਨ ਜੋ ਕਹਿ ਰਿਹਾ ਵਾ, ਸੋ ਸੀਰੀਜ਼ ਦਾ 71st ਕੁਐਸਚਨ ਹੈ ਕਿ ਇਨ ਐਗਜ਼ਾਮੀਨੇਸ਼ਨ ਇਟ ਇਜ਼ ਰਿਕੁਆਇਰਡ ਟੂ ਗੈਟ 441 ਮਾਰਕਸ ਟੂ ਪਾਸ। ਸੋ ਇੱਕ ਐਗਜ਼ਾਮ ਹੈ ਉਹ 'ਚ 441 ਮਾਰਕਸ ਚਾਹੀਦੇ ਆ ਪਾਸ ਹੋਣ ਲਈ, ਪਰ ਇੱਕ ਸਟੂਡੈਂਟ ਦੇ 392 ਨੰਬਰ ਆਏ ਆ ਐਂਡ ਹੀ ਇਜ਼ ਡਿਕਲੇਅਰਡ ਫੇਲਡ ਬਾਈ 5%। ਠੀਕ ਹੈ, 440 ਮਾਰਕਸ ਚਾਹੀਦੇ ਆ ਪਾਸ ਹੋਣ ਲਈ, ਠੀਕ ਹੈ, ਮਿਨੀਮਮ ਪਾਸ ਹੋਣ ਲਈ ਮਾਰਕਸ ਚਾਹੀਦੇ ਆ। ਪਰ ਸਟੂਡੈਂਟ ਦੇ ਕਿੰਨੇ ਆਏ ਆ 392। ਅਸੀਂ ਦੇਖ ਲਈਏ ਕਿੰਨੇ ਘੱਟ ਨੰਬਰ ਹੈ। 400 ਤੋਂ ਉੱਪਰ 41 ਹੈ ਤੇ 8 ਨੰਬਰ 400 ਤੋਂ ਘੱਟ ਹੈ, ਸਾਡੇ ਕੋਲ ਆ ਜਾਊਗਾ 49। ਸੋ ਅਗਰ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਸਾਡੇ ਕੋਲ ਮਾਰਕਸ ਦਾ ਡਿਫਰੈਂਸ ਕਿੰਨਾ ਆ ਜਾਊਗਾ 49। ਇਹਦਾ ਮਤਲਬ ਉਹਦੇ 49 ਮਾਰਕਸ ਘੱਟ ਹੈ ਤੇ ਨਾਲ ਹੀ ਉਹ ਦੱਸ ਰਿਹਾ ਵਾ ਕਿ ਉਹਦੇ 5% ਨੰਬਰ ਘੱਟ ਹੈ। ਸੋ ਮੈਂ ਲਿਖ ਸਕਦਾ ਵਾ ਕਿ ਜਿਹੜਾ 5% ਹੈ ਉਹਦੀ ਵੈਲਿਊ ਕਿੰਨੀ ਹੈ 49। ਉਹ ਕਹਿ ਰਿਹਾ ਕਿ ਵਟ ਇਜ਼ ਦਾ ਐਗਰੀਗੇਟ ਮਾਰਕਸ। ਐਗਰੀਗੇਟ ਮਾਰਕਸ ਦੱਸਣੇ ਆ। ਐਗਰੀਗੇਟ ਮਾਰਕਸ ਦਾ ਮਤਲਬ ਹੁੰਦਾ 100% ਦੇ ਕੋਰਸਪੋਂਡਿੰਗ। 5% ਦੀ ਵੈਲਿਊ 49 ਹੈ, 10% ਦੀ ਕਿੰਨੀ ਹੋਊਗੀ 98 ਤੇ 100% ਦੀ ਕਿੰਨੀ ਹੋਊਗੀ 980। ਸੋ ਅਸੀਂ ਟੋਟਲ ਮਾਰਕਸ ਐਗਰੀਗੇਟ ਮਾਰਕਸ ਜਿਹੜੇ ਹੁੰਦੇ ਉਹ 100% ਹੁੰਦੇ ਆ, ਜਿੱਦਾਂ ਅਸੀਂ ਕੈਲਕੂਲੇਟ ਕਰਦੇ ਹਾਂ। ਅਗਰ ਕਿਸੇ ਦੇ 100 ਚੋਂ 100 ਆ ਜਾਣ ਜਾਂ ਟੋਟਲ ਜਿੰਨੇ ਨੰਬਰ ਦਾ ਪੇਪਰ ਹੈ ਉਹਨੇ ਕੁਐਸਚਨ ਉਹਨੇ ਨੰਬਰ ਆ ਜਾਂਦਾ, ਅਸੀਂ ਕਹਿੰਦੇ ਸਾਡੇ 100% ਨੰਬਰ ਹੈ। ਸੋ 100% ਦੀ ਵੈਲਿਊ ਆ ਗਈ ਹੈ 980। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕਹਿ ਰਿਹਾ ਕਿ ਸਟੂਡੈਂਟ ਹੂ ਸਕੋਰਸ 20% ਆਫ ਮੈਥਸ ਇਨ ਅ ਟੈਸਟ ਫੇਲਸ ਬਾਈ 30 ਮਾਰਕਸ। ਹੁਣ ਦੋ ਸਟੂਡੈਂਟਸ ਦੀ ਗੱਲ ਕਰ ਰਿਹਾ ਵਾ। ਦੇਖੋ ਤੁਹਾਨੂੰ ਮੈਂ ਨੰਬਰ ਲਾਈਨ ਤੇ ਸਮਝਾਣਾ। ਇੱਕ ਸਟੂਡੈਂਟ ਹੈ ਉਹਦੇ 20% ਮਾਰਕਸ ਹੈ, ਠੀਕ ਹੈ, ਤੇ ਉਹ ਫੇਲ ਹੋ ਗਿਆ 30 ਮਾਰਕਸ ਤੋਂ। ਸੋ ਅਸੀਂ ਇਹਦਾ ਮੰਨ ਲਈਏ ਕਿ ਪਾਸ ਵਾਲਾ ਇੱਥੇ ਹੈ ਕਿ ਇੰਨੇ ਮਾਰਕਸ ਚਾਹੀਦੇ ਮਿਨੀਮਮ ਪਾਸ ਹੋਣ ਲਈ। ਜਿਹਦੇ 20% ਮਾਰਕਸ ਹੈ ਉਹਦੇ ਕਿੰਨੇ ਨੰਬਰ ਘੱਟ ਆਏ, ਉਹਦੇ ਨੰਬਰ ਘੱਟ ਆਏ 30। ਇੱਥੇ ਉਹਦੇ 30 ਨੰਬਰ ਜ਼ਿਆਦਾ ਆਉਂਦੇ ਤਾਂ ਉਹ ਪਾਸ ਹੋ ਜਾਂਦਾ। ਅਨਦਰ ਸਟੂਡੈਂਟ ਹੂ ਸਿਕਿਉਰਡ, ਇੱਕ ਹੋਰ ਬੱਚਾ ਵਾ ਉਹਦੇ 32% ਨੰਬਰ ਆਏ ਹੈ ਐਂਡ ਗੈਟ 42 ਮਾਰਕਸ ਮੋਰ ਦੈਨ ਦਾ ਮੋਰ ਦੂਸ ਰਿਕੁਆਇਰਡ ਟੂ ਪਾਸ। ਜਿੰਨੇ ਪਾਸ ਹੋਣ ਲਈ ਮਾਰਕਸ ਚਾਹੀਦੇ ਸੀ ਉਹਦੇ ਤੋਂ 42 ਨੰਬਰ ਜ਼ਿਆਦਾ ਹੈ। ਸੋ ਪਾਸ ਹੋਣ ਲਈ ਕਿੰਨੇ ਨੰਬਰ ਚਾਹੀਦੇ ਸੀ ਇੱਥੇ ਇੰਨੇ, ਹੁਣ ਇਹ ਤੋਂ 42 ਨੰਬਰ ਜ਼ਿਆਦਾ ਹੈ। ਸੋ ਮੈਨੂੰ ਪੁੱਛ ਰਿਹਾ ਕਿ ਦੱਸੋ ਪਾਸ ਪਰਸੈਂਟੇਜ, ਇੱਥੇ ਪਾਸ ਤੇ ਪਰਸੈਂਟੇਜ ਕਿੰਨੀ ਹੈ। ਹੁਣ ਧਿਆਨ ਨਾਲ ਦੇਖੋ, ਅਗਰ ਮੈਂ ਦੋ ਸਟੂਡੈਂਟਸ ਦੀ ਗੱਲ ਕਰਾਂ 20% ਤੇ 32%, ਦੋ ਸਟੂਡੈਂਟਸ ਜਿਨ੍ਹਾਂ ਦੇ ਨੰਬਰ 20% ਤੇ 32% ਇਹਨਾਂ 'ਚ ਡਿਫਰੈਂਸ ਕਿੰਨਾ ਵਾ 12% ਦਾ ਡਿਫਰੈਂਸ ਹੈ। ਹੁਣ 12% ਦੇ ਕੋਰਸਪੋਂਡਿੰਗ ਮਾਰਕਸ ਦੇਖਣੇ ਆਪਾਂ ਕਿੰਨੇ ਆ। ਜਿਹਦੇ 20% ਨੰਬਰ ਹੈ ਉਹਦੇ 30 ਨੰਬਰ ਅਗਰ ਹੋਰ ਆ ਜਾਊਗੇ ਤਾਂ ਉਹ ਪਾਸ ਹੋ ਜਾਊਗਾ। ਜਿਹੜਾ ਇੱਥੇ ਪਾਸ ਹੋਇਆ ਉਹਨੂੰ ਅਗਰ 42 ਨੰਬਰ ਜ਼ਿਆਦਾ ਆ ਜਾਊਗੇ ਤਾਂ ਉਹਦੇ ਕਿੰਨੇ ਹੋ ਜਾਊਗੇ 32%। ਸੋ 20 ਤੋਂ 32% ਦਾ ਡਿਫਰੈਂਸ ਕਿੰਨਾ ਵਾ 30 + 42 ਹੈਗਾ ਟੋਟਲ 72। 20% ਤੋਂ 32% ਵਾਲੇ ਦੇ ਕਿੰਨੇ ਨੰਬਰ ਜ਼ਿਆਦਾ ਵਾ 12% ਜ਼ਿਆਦਾ ਵਾ। ਤੇ ਅਗਰ ਮੈਂ ਨੰਬਰਸ ਦੀ ਗੱਲ ਕਰਾਂ ਤੇ 30 ਤੇ 42 72 ਨੰਬਰ ਜ਼ਿਆਦਾ ਹੈ। ਸੋ 12 ਦੇ ਕਿਹੜੇ ਟੇਬਲ 'ਚ 72 ਆਉਂਦਾ ਵਾ 6। ਸੋ ਇਹਦਾ ਮਤਲਬ 1% ਦੀ ਵੈਲਿਊ ਕਿੰਨੀ ਹੈ 6। ਹੁਣ ਉਹ ਮੈਨੂੰ ਪੁੱਛ ਰਿਹਾ ਕਿ ਪਾਸ ਦੀ ਪਰਸੈਂਟੇਜ ਕਿੰਨੀ ਹੈ। ਦੇਖੋ 20% ਵਾਲੇ ਦੇ ਅਗਰ 30 ਨੰਬਰ ਹੋਰ ਆ ਜਾਣ ਤਾਂ ਉਹ ਪਾਸ ਹੋ ਜਾਂਦਾ ਵਾ। ਸੋ ਮੈਂ ਕੀ ਦੇਖਣਾ ਕਿ 20% ਤਾਂ ਚਾਹੀਦੀ ਹੀ ਚਾਹੀਦੀ ਹੈ, 30 ਨੰਬਰਾਂ ਦੇ ਬਰਾਬਰ ਕਿੰਨੇ ਪਰਸੈਂਟ ਹੈ ਉਹਨੇ ਮੈਂ ਐਡ ਕਰ ਦੂੰਗਾ। 20% ਵਾਲੇ ਨੂੰ ਕਿੰਨੇ ਨੰਬਰ ਚਾਹੀਦੇ 30। 30 ਨੰਬਰ ਵਾਲੇ ਦੀ ਪਰਸੈਂਟੇਜ ਨਿਕਾਲਣੀ ਆ। ਦੇਖੋ ਹੁਣ 6 ਨੰਬਰ ਵਾਲੇ ਦਾ ਅਗਰ 1% ਬਣਦਾ ਪਿਆ ਵਾ ਤੇ 30 ਨੰਬਰ ਦੀ ਕਿੰਨੀ ਪਰਸੈਂਟੇਜ ਬਣੂਗੀ 6 ਨੂੰ ਕਿੰਨਾ ਮਲਟੀਪਲਾਈ ਕਰੀਏ ਕਿ 30 ਆ ਜਾਏ 5 ਨਾਲ, ਇੱਥੇ ਵੀ ਮੈਂ 5 ਨਾਲ ਮਲਟੀਪਲਾਈ ਕਰੂੰਗਾ, ਮੇਰੇ ਕੋਲ ਕਿੰਨਾ ਆ ਜਾਊਗਾ 5%। ਇਹਦਾ ਮਤਲਬ 30 ਨੰਬਰ ਜਿਹੜੇ ਕੋਰਸਪੌਂਡ ਕਰਦੇ ਪਏ ਆ ਉਹ 5% ਨੂੰ ਕਰ ਰਹੇ ਆ। ਸੋ 20% ਵਾਲੇ ਦੇ ਅਗਰ 5% ਹੋਰ ਨੰਬਰ ਆ ਜਾਣ ਤਾਂ ਉਹ ਪਾਸ ਹੋ ਜਾਊਗਾ। ਇਹਦਾ ਮਤਲਬ 25% ਵਾਲਾ ਬੱਚਾ ਜੋ ਹੈ ਉਹ ਪਾਸ ਹੈ। ਠੀਕ ਹੈ ਜੀ, 25% ਵਾਲਾ ਬੱਚਾ ਪਾਸ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕਹਿ ਰਿਹਾ ਕਿ ਇਨ ਐਗਜ਼ਾਮੀਨੇਸ਼ਨ ਆਊਟ ਆਫ 480 ਸਟੂਡੈਂਟਸ 85% ਗਰਲਸ ਐਂਡ 70% ਬॉयਜ਼ ਪਾਸਡ। ਦੇਖੋ 480 ਬੱਚੇ ਟੋਟਲ ਹੈ। ਸੋ ਅਗਰ ਆਪਾਂ ਬਾਈਫਰਕੇਟ ਕਰੀਏ ਤਾਂ ਇੱਥੇ ਮੈਂ ਲਿਖ ਦੇਣਾ ਗਰਲਸ ਤੇ ਇੱਥੇ ਬॉयਜ਼। ਹੁਣ ਅੱਗੇ ਦੋ ਚੀਜ਼ਾਂ ਵਾ ਪਾਸ ਤੇ ਫੇਲ। ਇੱਥੇ ਵੀ ਦੋ ਚੀਜ਼ਾਂ ਬਣਾ ਲੈਂਦੇ ਆ ਪਾਸ ਤੇ ਫੇਲ। तो कह रहा है कि 480 ਵਿੱਚੋਂ 85% ਆਫ ਦਾ ਗਰਲਸ ਪਾਸਡ। ਸੋ ਗਰਲਸ ਅਗਰ 85% ਪਾਸ ਹੋ ਗਈਆਂ ਤਾਂ ਫੇਲ ਕਿੰਨੀਆਂ ਹੋਈਆਂ 15%।
इदां ही बॉयज़ अगर 70% पास है तो फेल किन्ने हो गए 30%। ਹੁਣ ਉਹ ਕਹਿ ਰਿਹਾ ਕਿ ਹਾਊ ਮੈਨੀ ਬॉयਜ਼ अपीयर्ड इन एग्जामिनेशन इफ टोटल पास परसेंटेज 75%। ਹੁਣ ਦੇਖੋ ਮੇਰੇ ਕੋਲ ਇੱਕ ਸਟੇਟਮੈਂਟ ਹੈ ਕਿ ਬॉयਜ਼ प्लस गर्ल्स मिला के 480 है। ਉਹਨੂੰ ਕਹਿ ਰਿਹਾ ਵਾ ਕਿ ਜਿਹੜੇ ਟੋਟਲ ਬੱਚੇ ਪਾਸ ਹੋਏ ਆ ਨਾ ਉਹ 75% ਹੋਏ ਆ। ਇਹਦਾ ਮਤਲਬ ਇਹਦਾ 75%, 75% ਦੀ ਫ੍ਰੈਕਸ਼ਨ ਜੋ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ 3/4। ਫ੍ਰੈਕਸ਼ਨਸ ਦੀ ਗੱਲ ਆਪਾਂ ਪਿਛਲੇ ਲੈਕਚਰ 'ਚ ਵੀ ਕੀਤੀ ਹੈ ਕਿ ਇਹ ਆਣੇ ਬਹੁਤ ਇੰਪੋਰਟੈਂਟ ਹੈ। 75% ਨੂੰ ਆਪਾਂ ਲਿਖਦੇ 3/4, 4 ਟੇਬਲ 'ਚ ਕਰਾਂਗੇ ਤਾਂ 120, 120 ਇੰਟੂ 3 ਹੁੰਦਾ ਵਾ 360। ਇਹਦਾ ਮਤਲਬ ਟੋਟਲ 360 ਬੱਚੇ ਪਾਸ ਹੈ। ਸੋ ਆਪਾਂ ਲਿਖ ਲੈਂਦੇ ਹਾਂ ਕਿ ਟੋਟਲ ਜਿਹੜੇ ਹੈ ਉਹ 360 ਬੱਚੇ ਪਾਸ ਹੈ। ਠੀਕ ਹੈ ਜੀ। ਹੁਣ ਉਹ ਕੀ ਕਹਿ ਰਿਹਾ ਸਾਡੇ ਕੋਲ ਇੱਥੇ ਪਾਸ ਕਿੰਨੇ ਹੈ 85% ਗਰਲਸ ਪਾਸ ਹੈ, 70% ਬॉयਜ਼ ਪਾਸ ਹੈ। ਸੋ ਅਗਰ ਬॉयਜ਼ ਦੀ ਗੱਲ ਕੀਤੀ ਜਾਵੇ 70% ਨੂੰ ਆਪਾਂ ਲਿਖਦੇ ਹਾਂ 7/10। ਇੰਨੇ ਬॉयਜ਼ ਪਾਸ ਹੈ ਪਲੱਸ ਗਰਲਸ ਕਿੰਨੀਆਂ ਪਾਸ ਹੈ 85%। ਸੋ 85 ਨੂੰ ਆਪਾਂ ਕਿੱਦਾਂ ਲਿਖਦੇ ਹਾਂ 5 ਦਾ ਮਲਟੀਪਲ ਹੈ। 5 ਦੇ ਮਲਟੀਪਲ ਦੇ ਵਿੱਚ ਜਦੋਂ ਪਰਸੈਂਟੇਜ ਦੀ ਕਟਿੰਗ ਹੁੰਦੀ ਹੈ 100 ਦੀ ਤਾਂ ਕੀ ਆਉਂਦਾ ਵਾ 20। ਤੇ 85 ਕਿਉਂਕਿ 100 ਤੋਂ 15 ਘੱਟ ਹੈ, 5 ਦੇ ਮਲਟੀਪਲ 'ਚ 3 ਘੱਟ ਹੈ ਤਾਂ 20 ਤੋਂ 3 ਘਟਾ ਕੇ ਲਿਖ ਦਾਂਗੇ 17। ਇੱਥੇ ਆ ਗਿਆ ਗਰਲਸ। ਹੁਣ ਅਗਰ ਮੈਂ ਇਹਦਾ ਐਲਸੀਐਮ ਲਾਉਂਗਾ ਤਾਂ ਇਹਨੂੰ ਦੇਖਿਆ ਜਾਵੇ ਤਾਂ 20 ਐਲਸੀਐਮ ਆਊਗਾ, ਇਹਨੂੰ ਡਬਲ ਕਰਨਾ ਪਊਗਾ। ਮੈਂ ਲਿਖ ਸਕਦਾ ਕਿ 14B ਪਲੱਸ 17G। ਨੀਚੇ ਜਿਹੜਾ ਐਲਸੀਐਮ 20 ਆਊਗਾ 20 ਨੂੰ ਆਪਾਂ ਇਧਰ ਮਲਟੀਪਲਾਈ ਕਰ ਦਿੰਦੇ, ਇੱਥੇ ਸਾਡੇ ਕੋਲ ਆ ਜਾਊਗਾ 7200। ਸੋ ਇੱਕ ਇਕੁਏਸ਼ਨ ਸਾਡੇ ਕੋਲ ਆ ਗਈ ਆ ਵਾਲੀ। ਇੱਕ ਇਕੁਏਸ਼ਨ ਸਾਨੂੰ ਦਿੱਤੀ ਹੋਈ ਹੈ ਕਿ B ਪਲੱਸ G ਜੋ ਹੈ ਉਹ ਕਿਹਦੇ ਬਰਾਬਰ ਹੈ 480। ਹੁਣ ਮੈਨੂੰ ਪੁੱਛ ਕੀ ਰਿਹਾ ਵਾ, ਕਹਿੰਦਾ ਕਿ ਦੱਸੋ ਬॉयਜ਼ ਕਿੰਨੇ ਅਪੀਅਰ ਹੋਏ। ਬॉयਜ਼ ਦੀ ਵੈਲਿਊ ਪੁੱਛ ਰਿਹਾ। ਅਗਰ ਬॉयਜ਼ ਦੀ ਵੈਲਿਊ ਪੁੱਛ ਰਿਹਾ ਵਾ ਤਾਂ ਅਸੀਂ ਗਰਲਸ ਦੇ ਕੋਫੀਸ਼ੀਐਂਟ ਨੂੰ ਸੇਮ ਕਰਾਂਗੇ। ਠੀਕ ਹੈ, ਅਸੀਂ ਕੋਫੀਸ਼ੀਐਂਟ ਸੇਮ ਕਰਕੇ ਵੈਲਿਊਜ਼ ਨਿਕਾਲਣੀ ਹੈ ਤਾਂ ਅਸੀਂ ਕੀ ਕਰਾਂਗੇ ਇੱਥੇ ਆਪਾਂ 17 ਨਾਲ ਮਲਟੀਪਲਾਈ ਕਰ ਦਾਂਗੇ। 17 ਨਾਲ ਮਲਟੀਪਲਾਈ ਕਰਦੇ ਹੀ ਇੱਥੇ ਆ ਜਾਊਗੇ 17 ਬॉयਜ਼ ਪਲੱਸ 17 ਗਰਲਸ। ਹੁਣ ਇਹਨੂੰ 17 ਨਾਲ ਮਲਟੀਪਲਾਈ ਕਰਨਾ। ਅਗਰ ਮੈਂ ਇਹਨੂੰ 10 ਨਾਲ ਮਲਟੀਪਲਾਈ ਕਰਾਂ ਤਾਂ ਕਿੰਨਾ ਆਊਗਾ 4800। 5 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਊਗਾ 2400। ਅਸੀਂ 17 ਨਾਲ ਕਰਨਾ ਸੀਗਾ। 10 5 15 ਦਾ ਹੋ ਗਿਆ। 48 ਦਾ ਡਬਲ ਕਿੰਨਾ ਹੁੰਦਾ 96। ਇੱਥੇ ਆ ਗਿਆ 6, ਇੱਥੇ ਆ ਗਿਆ 9, 8 4 12, ਇੱਥੇ ਆ ਗਿਆ 7200, 7296 ਆ ਗਿਆ ਸਾਡੇ ਕੋਲ। ਠੀਕ ਹੈ ਜੀ। ਸੋ ਇੱਥੇ ਮੈਂ ਲਿਖੂੰਗਾ 7296। कुछ गड़बड़ हो गई है। की गड़बड़ हुई है 14। सॉरी ऐसे 96 नहीं आना, 960 आना है। ठीक है 960 आऊंगा। चलो 8 4 12 ਤੇ 9 21 4 6 2 8 ਇੱਥੇ ਆਇਆ ਨਾ 8160 ਨੰਬਰ ਆ ਗਿਆ। ਠੀਕ ਹੈ 8160 ਆ ਗਿਆ। ਸੋ ਸਾਡੇ ਕੋਲ ਇੱਥੇ ਕਿੰਨਾ ਆ ਜਾਊਗਾ 8160। तो एक बार मैं जी मिडल वाली वैल्यू इक्वेशन है और डिलीट कर लगा। साढ़े को दो किहड़ियां इक्वेशंस आ गई वालियां। मुझे को 17 जी कॉमन है। गर्ल्स वाला वेरीएबल वैसे ही मैनू नहीं चाहिए। सो अगर मैं माइनस करूंगा हूँ वड्डे नंबर से छोटा नंबर माइनस करांगे ये साढ़े को कैंसल हो जाऊंगा। 17B चो 14B गए तो कितने बच गए 3B इज इक्वल टू देखो 7200 चो 8100 का कितना फर्क है 960 का फर्क है। सो तेरा 960। सो बी की कितनी वैल्यू आ जाऊंगी 320 आ जाऊंगी। साडा आंसर है 300। तो बॉयज कितने हैं 320 बॉयज। ठीक है जी समझ गए। सो इनू क्वेश्चन करने दे 2-3 तरीके है। जो नॉर्मल मैथड यूज करते हैं मैं वो वाला किया वा। ठीक है जी चलो नेक्स्ट करते हैं। Rajan got 76% of the marks and Sonia got 480 marks in the test. The maximum marks of the test is equal to the marks obtained by Rajan and Sonia. ਇਹਦਾ ਮਤਲਬ ਕੀ ਹੈ ਕਿ ਰਾਜਨ ਤੇ ਸੋਨੀਆ ਦੇ ਮਾਰਕਸ ਮਿਲਾ ਕੇ ਮੈਕਸਿਮਮ ਮਾਰਕਸ ਹੈ। ਮੈਕਸਿਮਮ ਮਾਰਕਸ ਕਿੰਨੇ ਹੁੰਦੇ ਆ 100%। ਸੋ ਅਗਰ ਰਾਜਨ ਦੇ ਮਾਰਕਸ ਉਹ ਕਹਿ ਰਿਹਾ ਵਾ ਕਿ 76% ਹੈ ਤਾਂ ਸੋਨੀਆ ਦੇ ਮਾਰਕਸ ਕਿੰਨੇ ਹੋਣਗੇ 24% ਇਜ਼ ਇਕੁਅਲ ਟੂ 100%। तो सोनिया ਦੇ ਮਾਰਕਸ ਉਹ ਕਹਿ ਰਿਹਾ 480 ਹੈ। ਇਹਦਾ ਮਤਲਬ 24% ਦੀ ਜੋ ਵੈਲਿਊ ਹੈ ਉਹ ਕਿੰਨੀ ਹੈ 24% ਦੀ ਵੈਲਿਊ ਜੋ ਹੈ ਉਹ ਕਿੰਨੀ ਹੈ 480। 24 ਦੇ 2 ਦੇ ਟੇਬਲ 'ਚ ਆਉਂਦਾ 48 ਇੱਥੇ ਕਿੰਨਾ 20 ਆ ਗਿਆ। ਸੋ 1% ਦੀ ਵੈਲਿਊ ਕਿੰਨੀ ਹੈ 20। 1% ਦੀ ਵੈਲਿਊ ਕਿੰਨੀ ਹੈ 20। ਸੋ ਪੁੱਛ ਰਿਹਾ ਵਾ ਕਿ ਹਾਊ ਮੈਨੀ ਮਾਰਕਸ ਡਿਡ ਰਾਜਨ ਸਕੋਰ ਇਨ ਦਾ ਟੈਸਟ। ਰਾਜਨ ਨੇ ਕਿੰਨੇ ਸਕੋਰ ਕੀਤੇ। ਰਾਜਨ ਨੇ ਸਕੋਰ ਕੀਤੇ 76। ਇੱਕ ਦੀ ਵੈਲਿਊ ਅਗਰ 20 ਹੈ ਤਾਂ 76 ਦੀ ਵੈਲਿਊ ਕਿੰਨੀ ਹੋਊਗੀ 76 ਇੰਟੂ 20 ਹੈ 20 ਇੰਟੂ 76। ਇਹਦਾ ਡਬਲ ਕਿੰਨਾ ਹੋਊਗਾ 76 ਦਾ ਡਬਲ ਕਿੰਨਾ ਹੋਊਗਾ 152। ਸੋ 1520 ਸਾਡਾ ਆਨਸਰ ਹੈ। 1520 ਜੋ ਹੈ ਸਾਡਾ ਆਨਸਰ। ਠੀਕ ਹੈ ਜੀ ਸਮਝ ਗਏ ਈਜ਼ੀ ਕੁਐਸਚਨ ਸੀਗਾ।
नेक्स्ट क्वेश्चन करते हैं। So student scores 55% marks in 8 papers of 100 marks each. So मैं कह सकता हाँ कि 800 8 पेपर 100 मार्क्स थे, 100 मार्क्स से 800 ਵਿੱਚੋਂ ਕਿੰਨੇ ਨੰਬਰ ਆਏ 55%। ਅਗਰ 50% ਨੰਬਰ ਆਏ ਹੁੰਦੇ ਤਾਂ 400 ਨੰਬਰ ਆਣੇ ਸੀਗੇ। 5% ਕੀ ਹੋਊਗਾ ਇਹਦਾ 800 ਦਾ 10% ਹੁੰਦਾ ਵਾ 80, 5% ਹੁੰਦਾ 40, ਸੋ ਇੱਥੇ ਆ ਜਾਊਗਾ 440। 55% ਦਾ ਮਤਲਬ ਹੈ 440 ਨੰਬਰ। He scores 15% of his total marks, ਕਹਿੰਦਾ ਜਿੰਨੇ ਇਹਦੇ ਨੰਬਰ ਆਏ ਆ ਇਹਦਾ 15% ਕੀ ਹੁੰਦਾ ਵਾ 10 + 5 15% ਜੋ ਹੈ 440 ਦਾ ਉਹਦੇ ਇੰਗਲਿਸ਼ 'ਚ ਆਇਆ। ਉਹ ਪੁੱਛ ਰਿਹਾ ਇੰਗਲਿਸ਼ 'ਚ ਕਿੰਨੇ ਸਕੋਰ ਹੈ। ਦੇਖੋ ਆਪਾਂ ਕੈਲਕੂਲੇਟ ਨਹੀਂ ਕਰਾਂਗੇ। ਮੈਂ 10 + 5 ਕਿਉਂ ਲਿਖਿਆ ਵਾ ਕਿ ਪਹਿਲਾਂ ਇਸ ਨੰਬਰ ਦਾ 10% ਨਿਕਾਲੋ। ਇਸ ਨੰਬਰ ਦਾ 10% ਕਿੰਨਾ ਹੁੰਦਾ 44, 5% ਕਿੰਨਾ ਹੋਊਗਾ 10% ਦਾ ਅੱਧਾ 44 ਦਾ ਅੱਧਾ ਕਿੰਨਾ ਹੁੰਦਾ 22, ਸੋ 66 ਨੰਬਰ ਜਿਹੜੇ ਆ ਉਹ 15% ਨੂੰ ਕੋਰਸਪੌਂਡ ਕਰ ਰਹੇ ਆ। ਇੰਗਲਿਸ਼ ਉਹਦੇ ਸਕੋਰ ਕਿੰਨੇ ਆ 66। ਠੀਕ ਹੈ ਜੀ, ਈਜ਼ੀ ਕੁਐਸਚਨ ਹੈ ਪਰ ਆਪਾਂ ਜਲਦੀ ਕਰਨਾ ਵਾ, ਉਹ ਵੀ ਇੰਪੋਰਟੈਂਟ ਚੀਜ਼ ਹੈ ਕਿ ਜਲਦੀ ਕਰਾਂਗੇ। ਠੀਕ ਹੈ ਜੀ। ਸੋ ਅਗਰ ਤੁਸੀਂ PSSB, ਪੰਜਾਬ ਪੁਲਿਸ, SSC ਜਾਂ ਬੈਂਕਿੰਗ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਆਫਲਾਈਨ ਮੋਡ 'ਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ, ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ UT ਮਾਰਕੀਟ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਇਨ ਐਗਜ਼ਾਮੀਨੇਸ਼ਨ 75% ਆਫ ਟੋਟਲ ਸਟੂਡੈਂਟਸ ਪਾਸਡ ਐਂਡ 125% ਫੇਲ। ਦੇਖੋ ਟੋਟਲ ਸਟੂਡੈਂਟਸ ਦੀ ਗੱਲ ਕਰਦਾ ਵਾ ਤਾਂ ਟੋਟਲ ਸਟੂਡੈਂਟਸ ਦਾ ਹਮੇਸ਼ਾ ਕਿੰਨੇ ਹੁੰਦੇ ਆ 100%। ਹੁਣ ਉਹ ਗੱਲ ਕਰ ਰਿਹਾ ਵਾ ਪਾਸ ਪਲੱਸ ਫੇਲ ਦੀ। ਠੀਕ ਹੈ, ਥਰਡ ਕੋਈ ਕੈਟੇਗਰੀ ਨਹੀਂ ਹੈ। 75% ਅਗਰ ਪਾਸ ਹੋ ਜਾਓਗੇ ਤਾਂ ਫੇਲ ਕਿੰਨੇ ਹੋਣਗੇ 25%। ਟੋਟਲ ਕਿੰਨਾ ਹੋ ਗਿਆ 100%। ਉਹ ਕਹਿ ਰਿਹਾ ਫੇਲ ਹੋਇਆ 125, ਸੋ ਮੈਂ ਕਹਿ ਸਕਦਾ ਕਿ 25% ਦੀ ਜਿਹੜੀ ਵੈਲਿਊ ਹੈ ਉਹ ਕਿੰਨੀ ਹੈ 125 ਹੈ। If the all students appeared in exam, then what is the total number of students who appeared? ਟੋਟਲ ਨੰਬਰ ਦਾ ਮਤਲਬ ਹੁੰਦਾ ਵਾ ਸਾਨੂੰ 100% ਦੀ ਵੈਲਿਊ ਦੱਸਣੀ ਹੈ। 100% ਦਾ ਮਤਲਬ ਹੈ 25 ਨੂੰ 4 ਨਾਲ ਗੁਣਾ ਕਰਾਂਗੇ ਤਾਂ 100 ਆ ਜਾਊਗਾ। ਇੱਥੇ ਮੈਂ 4 ਨਾਲ ਕਰੂੰਗਾ ਤਾਂ ਕਿੰਨਾ ਆ ਜਾਊਗਾ ਸਾਡੇ ਕੋਲ 500 ਆ ਜਾਊਗਾ। ਸੋ 4 ਨੂੰ 100 ਨਾਲ ਕਰਾਂਗੇ ਤਾਂ 400, 25 ਨੂੰ 4 ਨਾਲ ਕਰਾਂਗੇ ਤਾਂ 100, ਟੋਟਲ ਕਿੰਨਾ ਆ ਗਿਆ 500 ਸਾਡਾ ਆਪਸ਼ਨ ਆਊਗਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਕਹਿ ਰਿਹਾ ਕਿ ਸਟੂਡੈਂਟ obtained equal marks in English and history। ਇੱਕ ਸਟੂਡੈਂਟ ਹੈ ਉਹਦੇ ਇੰਗਲਿਸ਼ ਤੇ ਹਿਸਟਰੀ ਦੇ ਵਿੱਚ ਬਰਾਬਰ ਮਾਰਕਸ ਆਏ ਆ। The ratio of the marks in history and maths is 5:6। ਸੋ ਆਪਾਂ ਇਦਾਂ ਕਰਦੇ ਹਾਂ, ਇਹਨੂੰ ਨਾ ਰੇਸ਼ੋ ਫਾਰਮ 'ਚ ਲਿਖਦੇ ਹਾਂ। ਦੇਖੋ ਪਹਿਲਾਂ ਉਹ ਗੱਲ ਕਰ ਰਿਹਾ ਵਾ ਇੰਗਲਿਸ਼, ਫਿਰ ਗੱਲ ਕਰ ਰਿਹਾ ਹਿਸਟਰੀ ਦੀ, ਫਿਰ ਉਹ ਗੱਲ ਕਰ ਰਿਹਾ ਵਾ ਹਿਸਟਰੀ ਤੇ ਮੈਥਸ ਦੀ। ਸੋ ਮੈਂ ਮੈਥਸ ਲਿਖ ਲੈਣਾ। ਹਿਸਟਰੀ ਤੇ ਮੈਥਸ ਦੀ ਰੇਸ਼ੋ ਕਹਿ ਰਿਹਾ 5:6 ਹੈ। ਕਿਉਂਕਿ ਇੰਗਲਿਸ਼ ਤੇ ਹਿਸਟਰੀ ਦੇ ਮਾਰਕਸ ਬਰਾਬਰ ਹੈ ਤਾਂ ਇੱਥੇ ਮੈਂ 5 ਲਿਖ ਸਕਦਾ ਵਾਂ। ਇਹ ਦੋਨਾਂ ਦੇ ਮਾਰਕਸ ਜਿਹੜੇ ਬਰਾਬਰ ਹੈ। ਠੀਕ ਹੈ, ਅੱਗੇ ਪੜ੍ਹਦੇ ਹਾਂ। He scored an aggregate of 80% in the 3 subjects and maximum marks of each subject is 100। ਸੋ 3 ਸਬਜੈਕਟਾਂ ਦੇ ਈਚ ਦੇ 100 ਮਾਰਕਸ ਹੈ, ਮਤਲਬ 100 ਮਾਰਕਸ ਦਾ ਪੇਪਰ ਹੈ ਹਰ ਇੱਕ, ਚਾਹੇ ਉਹ ਇੰਗਲਿਸ਼ ਹੋਵੇ, ਹਿਸਟਰੀ ਹੋਵੇ, ਮੈਥਸ ਹੋਵੇ। ਸੋ ਨੰਬਰ ਟੋਟਲ ਕਿੰਨੇ ਆ 300। ਇਹਦੇ ਨੰਬਰ ਕਿੰਨੇ ਆਏ ਆ 80%। 80% ਕਿੰਨਾ ਹੁੰਦਾ ਵਾ 80 × 3 ਕਿੰਨਾ 8 3 240, 8 3 24। ਇਹਦਾ ਮਤਲਬ ਇਹਦੇ 240 ਨੰਬਰ ਆਏ ਆ। ਇਹਦੇ ਕਿੰਨੇ ਨੰਬਰ ਆਏ ਆ ਟੋਟਲ ਨੰਬਰ ਆਏ ਆ 240, ਜੋ ਕਿ 80% ਹੈ 300 ਦਾ। ਹਾਊ ਮਚ ਡਿਡ ਹੀ ਸਕੋਰ ਇਨ ਹਿਸਟਰੀ। ਹਿਸਟਰੀ 'ਚ ਕਿੰਨੇ ਆਏ ਆ ਦੇਖੋ, ਨਾਲ ਹੀ ਉਹਨਾਂ ਨੇ ਤੁਹਾਡੇ ਕੋਲ ਰੇਸ਼ੋ ਦਾ ਕਨਸੈਪਟ ਵੀ ਦੇਖ ਲਿਆ। ਹਿਸਟਰੀ 'ਚ ਅਗਰ ਮੈਂ ਰੇਸ਼ੋ ਦੇ ਪੁਆਇੰਟਸ ਦੀ ਗੱਲ ਕਰਾਂ ਤਾਂ 5 ਹੈ। ਮੇਰੇ ਕੋਲ ਟੋਟਲ ਨੰਬਰ ਕਿੰਨੇ ਆਏ ਉਹ ਦਿੱਤੇ ਹੋਏ 240। ਸੋ ਟੋਟਲ ਕਿੰਨਾ ਹੋਊਗਾ 5 ਤੇ 5 10 ਤੇ 6 16। ਸੋ 5/16 × 240। 8 ਦੇ ਟੇਬਲ 'ਚ ਇੱਥੇ 2, 8 ਦੇ ਟੇਬਲ ਦੇ ਵਿੱਚ 3 ਤੇ 30 ਆ ਗਿਆ। ਇੱਥੇ ਆ ਗਿਆ ਮੇਰੇ ਕੋਲ 15। 15 ਨੂੰ 5 ਨਾਲ ਕਰਾਂਗੇ ਤਾਂ ਕਿੰਨਾ ਆ ਜਾਊਗਾ 75 ਆ ਜਾਊਗਾ। ਸੋ ਮੇਰਾ ਆਨਸਰ ਕਿੰਨਾ ਆਊਗਾ 75। ਠੀਕ ਹੈ ਜੀ। ਸੋ ਪ੍ਰੈਕਟਿਸ ਤੁਸੀਂ ਨਾਲ ਕਰਦੇ ਜਾਓਗੇ ਤਾਂ PSSB ਦਾ ਕੋਈ ਵੀ ਐਗਜ਼ਾਮ ਜਦੋਂ 2-3 ਮਹੀਨੇ ਤੋਂ ਬਾਅਦ ਆਊਗਾ, ਜਦੋਂ ਆਪਾਂ ਸਾਰਾ ਕਰ ਲਾਂਗੇ ਕੋਰਸ, ਤੁਸੀਂ ਈਜ਼ੀਲੀ ਫੁੱਲ ਔਨ ਫੁੱਲ ਜਿਹੜੇ ਮਾਰਕਸ ਹੈ ਉਹ ਸਿਕਿਉਰ ਕਰ ਸਕਦੇ ਹੋ ਮੈਥਸ ਦੇ ਵਿੱਚ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈ ਕਿ ਮਹੇਸ਼ ਗੈਟਸ 25% ਮਾਰਕਸ ਐਂਡ ਫੇਲਸ ਬਾਈ 75। ਅਗੇਨ ਇਹਨੂੰ ਇੱਕ ਵਾਰ ਮੈਂ ਨੰਬਰ ਲਾਈਨ ਤੇ ਸਮਝਾਉਣਾ ਤੁਹਾਨੂੰ ਕਿ ਇੱਕ ਪਰਸਨ ਹੈ ਉਹਦੇ 25% ਨੰਬਰ ਆਏ ਤੇ ਉਹ ਫੇਲ ਹੋ ਗਿਆ ਕਿੰਨੇ ਨੰਬਰਾਂ ਤੋਂ 75 ਮਾਰਕਸ ਤੋਂ। ਅਗਰ ਮੈਂ ਮੰਨ ਲਵਾਂ ਕਿ ਇੱਥੇ ਉਹ ਪਾਸ ਹੋ ਰਿਹਾ ਹੈ ਤਾਂ ਇੱਥੋਂ ਗੈਪ ਕਿੰਨਾ ਵਾ 75 ਮਾਰਕਸ 75 ਨੰਬਰ ਦਾ। ਬਟ ਮੋਹਨ ਗੈਟਸ 52% ਮਾਰਕਸ ਵਿਚ ਆਰ 22% ਮੋਰ ਦੈਨ ਦਾ ਪਾਸਿੰਗ ਮਾਰਕਸ। ਮੋਹਨ ਦੇ 52% ਨੰਬਰ ਆਏ ਆ ਜਿਹੜੇ ਕਿ ਜ਼ਿਆਦਾ ਹੈ ਕਿੰਨੇ 22% ਕਿਤੋਂ ਪਾਸ ਤੋਂ। ਇਹਦਾ ਮਤਲਬ ਅਗਰ ਮੈਂ ਪਾਸ ਦੀ ਗੱਲ ਕਰਨੀ ਹੈ ਤਾਂ 52% ਚੋਂ 22% ਕਰ ਦੋ ਮਾਈਨਸ, ਕਿੰਨਾ ਆ ਗਿਆ 30%। ਇਹਦਾ ਮਤਲਬ 30% ਵਾਲਾ ਬੱਚਾ ਪਾਸ ਹੈ। ਇੱਥੇ 30% ਵਾਲਾ ਬੱਚਾ ਪਾਸ ਹੈ। ਕਿੱਦਾਂ ਉਹ ਕਹਿ ਰਿਹਾ ਕਿ ਜਿਹਦੇ 52% ਮਾਰਕਸ ਆਏ ਆ ਉਹਦੇ 22% ਜ਼ਿਆਦਾ ਹੈ ਪਾਸ ਤੋਂ। ਸੋ 22% ਅਗਰ ਮੈਂ ਮਾਈਨਸ ਕਰ ਦੂੰਗਾ ਤਾਂ ਕਿੰਨਾ ਰਹਿ ਗਿਆ 30। ਸੋ ਪਾਸ ਵਾਲੇ ਦੇ 30% ਹੈ। ਹੁਣ ਦੇਖੋ ਇੱਥੇ 25% ਹੈ, ਇੱਥੇ 30% ਹੈ, ਕਿੰਨਾ ਫਰਕ ਹੈ 5% ਦਾ। ਤੇ ਇੱਥੋਂ ਦੀ ਇੱਥੇ ਮਾਰਕਸ ਦਾ ਕਿੰਨਾ ਫਰਕ ਹੈ, ਕਿੰਨੇ ਨੰਬਰ ਇਹਦੇ ਹੋਰ ਆਉਂਦੇ ਤਾਂ ਪਾਸ ਹੋ ਜਾਂਦਾ 75। ਸੋ 5% ਦੀ ਵੈਲਿਊ ਕਿੰਨੀ ਹੈ 75। ਉਹ ਕਹਿੰਦਾ ਫਾਈਂਡ ਦਾ ਮੈਕਸਿਮਮ ਮਾਰਕਸ।
ਸੋ ਆਪਾਂ ਯੂਨਿਟਰੀ ਮੈਥਡ ਨਹੀਂ ਲਗਾਉਂਦੇ ਹਰ ਵਾਰ। 5 ਦੀ ਦਿੱਤੀ ਹੋਈ ਵੈਲਿਊ ਤੇ 10 ਦੀ ਵੈਲਿਊ ਕਿੰਨੀ ਹੋਊਗੀ 150 ਤੇ 100 ਦੀ ਕਿੰਨੀ ਹੋਊਗੀ 1500। ਸਾਡਾ ਆਨਸਰ ਹੈ ਸੀ ਆਪਸ਼ਨ। ਠੀਕ ਹੈ ਜੀ, ਹੋਪ ਤੁਹਾਨੂੰ ਸਮਝ ਆ ਰਿਹਾ ਹੋਊਗਾ। ਨੈਕਸਟ ਕੁਐਸਚਨ ਕਰਦੇ ਹਾਂ। In the grade 10 examination, Shabnam secured 585 marks out of the maximum marks of 600. So 600 ਵਿੱਚੋਂ marks ਕਿੰਨੇ ਆਏ 585। What was the percentage marks she secured in examination? देखो परसेंटेज ਪੁੱਛ ਰਿਹਾ ਬਸ। ਅਸੀਂ ਕੀ ਕਰਦੇ ਪਰਸੈਂਟੇਜ ਨਹੀਂ ਨਿਕਾਲਾਂਗੇ। ਮੈਂ ਦੇਖੂੰਗਾ ਕਿ ਅਗਰ ਇਹਦੇ 600 ਨੰਬਰ ਆ ਜਾਂਦੇ ਤਾਂ 100% ਆਂਦਾ, ਪਰ ਹੁਣ ਨੰਬਰ ਘੱਟ ਕਿੰਨੇ ਆਏ ਆਪਾਂ 100 ਤੋਂ ਉਹਨੇ ਘਟਾ ਦਾਂਗੇ। ਨੰਬਰ ਘੱਟ ਆਏ ਆ 15, 600 ਮਾਰਕਸ ਤੋਂ 15 ਘੱਟ ਹੈ। ਹੁਣ ਧਿਆਨ ਨਾਲ ਦੇਖੋ ਇਹਦਾ 10% ਕਿੰਨਾ ਹੁੰਦਾ 600 ਦਾ, ਇਹ 100% ਹੈ ਨਾ ਨੰਬਰ। ਅਗਰ 600 ਨੰਬਰ ਆਉਂਦੇ ਤਾਂ 100% ਨੰਬਰ ਹੁੰਦੇ। ਸੋ ਇਹਦਾ 10% ਕਿੰਨਾ ਵਾ 60। ਹੁਣ 60 ਦਾ ਚੌਥਾ ਹਿੱਸਾ ਹੁੰਦਾ 15, ਇਹਦਾ 10% ਕਿੰਨਾ ਵਾ ਸਾਡੇ ਕੋਲ 60, ਪਰ ਉਹਦਾ ਵੈਲਿਊ ਪੁੱਛ ਰਿਹਾ 15 ਦੀ, ਜੋ ਕਿ ਇਹਦਾ ਚੌਥਾ ਹਿੱਸਾ ਵਾ। ਇਹਦਾ ਚੌਥਾ ਹਿੱਸਾ ਕਿੰਨਾ ਆ ਜਾਊਗਾ 2.5%। ਸੋ ਬੇਸਿਕਲੀ 15 ਨੰਬਰ ਦੀ ਵੈਲਿਊ ਕਿੰਨੀ ਹੈ 2.5%। ਦੇਖੋ ਦੁਬਾਰਾ ਮੈਂ ਸਮਝਾਉਣਾ ਇੱਕ ਵਾਰ ਤੁਹਾਨੂੰ। ਮੈਂ ਦੇਖਣਾ ਵਾ ਕਿ 15 ਜਿਹੜਾ ਵਾ ਉਹ 600 ਦਾ ਕਿੰਨਾ ਪਰਸੈਂਟ ਹੈ। ਸੋ 600 ਦਾ ਜਿਹੜਾ 10% ਹੈ ਉਹ ਸਾਡੇ ਕੋਲ ਆਉਂਦਾ ਵਾ 60, ਪਰ ਨੰਬਰ ਦਾ ਪੁੱਛ ਰਿਹਾ 15। 15 ਜੋ ਹੈ ਉਹ 60 ਦਾ ਚੌਥਾ ਹਿੱਸਾ ਹੈ। ਸੋ 10 ਦਾ ਚੌਥਾ ਹਿੱਸਾ ਕਿੰਨਾ ਹੋਊਗਾ 2.5%। ਸੋ 2.5% ਨੰਬਰ ਘੱਟ ਆਏ, 100 ਚੋਂ 2.5 ਘਟਾਵਾਂਗੇ ਤਾਂ ਕਿੰਨਾ ਆਊਗਾ 97.5% ਆਊਗਾ। ਠੀਕ ਹੈ, 97.5% ਆਊਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਕਰਦੇ ਹਾਂ। So next question है in an exam Rahim secured 12 marks more than the Rahman। तो अगर मैं रहीम ਦੀ ਗੱਲ ਕਰਾਂ ਤਾਂ ਇਹਦੇ ਮਾਰਕਸ ਕਿੰਨੇ ਆ। ਦੇਖੋ ਜਦੋਂ ਵੀ ਕਿਹਾ ਹੋਵੇ ਨਾ ਜ਼ਿਆਦਾ ਜਾਂ ਘੱਟ, ਉਹਨੂੰ ਆਪਾਂ ਮਾਈਨਸ ਨਾਲ ਹੀ ਡਿਪਿਕਟ ਕਰਦੇ, ਕਿਉਂਕਿ ਰਹੀਮ ਦੇ ਮਾਰਕਸ ਜ਼ਿਆਦਾ ਹੈ ਕਿਹਦੇ ਤੋਂ ਰਹਿਮਾਨ ਤੋਂ। ਕਿੰਨੇ 12। ਦੇਖੋ ਇਹਨੇ ਕਿਹਾ ਕਿ ਰਹੀਮ ਦੇ ਮਾਰਕਸ ਜ਼ਿਆਦਾ ਹੈ ਰਹਿਮਾਨ ਤੋਂ। ਅਗਰ ਉਹ ਕਹਿੰਦਾ ਰਹਿਮਾਨ ਦੇ ਮਾਰਕਸ ਘੱਟ ਹੈ ਰਹੀਮ ਤੋਂ 12, ਤਾਂ ਵੀ ਅਸੀਂ ਸੇਮ ਹੀ ਲਿਖਦੇ। ਠੀਕ ਹੈ ਜੀ, ਰਹੀਮ ਦੇ ਜ਼ਿਆਦਾ ਵਾ ਰਹਿਮਾਨ ਦੇ ਘੱਟ ਹੈ। ਦ ਮਾਰਕਸ ਸਿਕਿਉਰਡ ਬਾय ਰਹੀਮ ਵਾਸ, ਉਹਨੂੰ ਕਹਿੰਦਾ ਜਿਹੜਾ ਮਾਰਕਸ ਜਿਹੜੇ ਰਹੀਮ ਨੇ ਸਿਕਿਉਰ ਕੀਤੇ ਆ ਉਹ ਕਿੰਨੇ ਆ 54% ਦੀ ਜਗ੍ਹਾ ਤੇ ਮੈਂ ਲਿਖਦਾ 100। 54% ਆਫ ਮਾਰਕਸ ਆਬਟੇਨਡ ਬਾਏ, ਜਿਹੜੇ ਕਿ ਦੋਨਾਂ ਨੇ ਆਬਟੇਨ ਕੀਤੇ ਹੋਏ ਆ ਰਹੀਮ ਤੇ ਰਹਿਮਾਨ। ਦੇਖੋ ਇੰਨੇ ਵੱਡੇ ਵੱਡੇ ਨਾ ਨਾਮ ਨਹੀਂ ਲਿਖਣੇ ਹੁੰਦੇ। ਅਸੀਂ ਤੁਸੀਂ ਇਹਨੂੰ ਐਕਸ ਇਹਨੂੰ ਵਾਈ ਲਿਖ ਸਕਦੇ ਹੋ। ਠੀਕ ਹੈ, ਸੋ ਮੇਰੇ ਕੋਲ ਕੀ ਆਣਾ ਸੀਗਾ ਕਿ ਰਹੀਮ ਦੀ ਗੱਲ ਕਰ ਰਿਹਾ, ਐਕਸ ਜਿਹੜਾ ਵਾ ਉਹ 54/100 ਹੈ ਕਿਹਦੇ ਐਕਸ ਪਲੱਸ ਵਾਈ ਦੇ। ਠੀਕ ਹੈ, ਆਬਟੇਨਡ ਇਕੱਠੇ ਕਿੰਨੇ ਆਏ। ਠੀਕ ਹੈ, ਪਲੱਸ ਹੈ ਇੱਥੇ। ਹੁਣ ਅਗਰ ਇਹਨੂੰ ਓਪਨ ਕਰੀਏ ਅਸੀਂ ਤਾਂ ਕੀ ਆਊਗਾ ਮੇਰੇ ਕੋਲ, ਦੇਖੋ ਇਹਦੀ ਕਟਿੰਗ ਕਰਾਂਗੇ ਤਾਂ ਇੱਥੇ ਆ ਜਾਊਗਾ 27, ਇੱਥੇ ਕਿੰਨਾ ਆ ਜਾਊਗਾ 50। ਸੋ 50x is equal to 27x plus 27y। ठीक है जी। सो अगर मैं x माइनस करा था कितना आया ना 23x is equal to 27y आ गया सर। ठीक है, हूँ देखो मैंने लास्ट उन्होंने की है व्हाट इज द सम ऑफ द मार्क्स ऑब्टेन्ड बाय सिक्योर्ड बाय रहीम एंड रोहन के टोटल मार्क्स कितने हैं। ठीक है जी, हूँ ध्यान ना देखो कि अगर मैं इतने x ਤੇ y ਦੀ ਵੈਲਿਊ ਨਿਕਾਲਣਾ, x ਤੇ y ਦੀ ਵੈਲਿਊ ਨਿਕਾਲਣਾ ਤਾਂ ਕਿੰਨੀ ਆ ਜਾਊਗੀ 27/23 ਆ ਗਈ। ਹੁਣ ਇੱਕ ਗੱਲ ਦਾ ਧਿਆਨ ਦਿਓ, ਉਹ ਕਹਿ ਰਿਹਾ ਵਾ x ਮਾਈਨਸ y ਦੀ ਵੈਲਿਊ ਕਿੰਨੀ ਆਣੀ ਚਾਹੀਦੀ 12। ਇੱਥੇ ਅਗਰ x ਤੋਂ x ਨੂੰ ਮਾਈਨਸ ਕਰੀਏ 27 ਚੋਂ 23 ਮਾਈਨਸ ਕਰੀਏ ਤਾਂ 4 ਆਂਦਾ ਵਾ। ਕਿੰਨਾ ਮਲਟੀਪਲ ਆ ਰਿਹਾ ਇੱਥੇ 4 ਦਾ ਡਿਫਰੈਂਸ ਆ ਰਿਹਾ। ਸਾਨੂੰ ਡਿਫਰੈਂਸ 12 ਦਾ ਲੈ ਕੇ ਆਣਾ ਵਾ। 4 ਦਾ ਡਿਫਰੈਂਸ ਹੈ, ਉਹਨੂੰ 12 ਕਰਨ ਲਈ 3 ਨਾਲ ਮਲਟੀਪਲਾਈ ਕਰਦੇ ਆ ਆਪਾਂ। ਇੱਥੇ ਵੀ ਇਹਨੂੰ 3 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਜਾਊਗਾ 81। ਇੱਥੇ ਵੀ ਇਹਨੂੰ ਆਪਾਂ 3 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਜਾਊਗਾ 69। ਹੁਣ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਇਹਦੇ ਡਿਫਰੈਂਸ ਜਿਹੜਾ ਵਾ 12 ਦਾ ਆ ਗਿਆ। ਹੁਣ ਮੈਨੂੰ ਪੁੱਛ ਰਿਹਾ ਟੋਟਲ ਮਾਰਕਸ ਕਿੰਨੇ, ਇਹਨਾਂ ਨੂੰ ਕਰ ਲਓ ਪਲੱਸ। ਮੇਰੇ ਕੋਲ ਟੋਟਲ ਮਾਰਕਸ ਆਉਂਗੇ 150। ਠੀਕ ਹੈ ਜੀ, ਸਮਝ ਗਏ। ਅਸੀਂ ਇੱਕ ਵੇਰੀਏਬਲ ਦੀ ਵੈਲਿਊ ਨਿਕਾਲ ਕੇ ਦੂਸਰੇ ਵਿੱਚ ਪੁੱਟ ਨਹੀਂ ਕੀਤੀ। ਠੀਕ ਹੈ, ਅਸੀਂ ਕੀ ਕੀਤਾ, ਅਸੀਂ ਰੇਸ਼ੋ ਨਿਕਾਲ ਲਈ। ਹੁਣ ਰੇਸ਼ੋ ਦੇ ਵਿੱਚ ਜਿਹੜਾ ਗੈਪ ਆਇਆ ਸੀ ਸਾਡੇ ਕੋਲ ਉਹ ਕਿੰਨਾ ਹੈ 27 ਆ ਗਿਆ। ਜਿਹੜਾ ਗੈਪ ਹੈ 4 ਨੰਬਰ ਦਾ, ਉਹ ਕਹਿੰਦਾ ਗੈਪ 12 ਦਾ ਹੋਣਾ ਚਾਹੀਦਾ ਵਾ। ਸੋ 4 ਨੂੰ 12 ਬਣਾਉਣੀ 3 ਨਾਲ ਮਲਟੀਪਲਾਈ, ਮੈਂ ਇੱਥੇ ਵੀ 3 ਨਾਲ ਮਲਟੀਪਲਾਈ ਕੀਤਾ, ਇੱਥੇ ਵੀ 3 ਨਾਲ ਕੀਤਾ, ਸਾਡੇ ਕੋਲ 8169 ਆ ਗਿਆ। ਏਜਿਸ ਦੇ ਵਿੱਚ ਵੀ ਆਪਾਂ ਇਹੀ ਕਨਸੈਪਟ ਯੂਜ਼ ਕਰਦੇ ਹਾਂ ਏਜ ਨੂੰ ਸੇਮ ਕਰਨ ਲਈ। ਠੀਕ ਹੈ ਜੀ, ਸਮਝ ਗਏ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ।
Ravi secured 44% marks in an exam and is failed by 12 marks. Sunita obtained 57% marks in the same exam and her score was 27 marks more than the minimum marks required to qualify. So question ਆਪਾਂ already ਕਰ ਚੁੱਕੇ ਹਾਂ, ਸੋ ਫਟਾਫਟ ਇੱਥੇ ਦੱਸ ਦੇਣਾ ਤੁਹਾਨੂੰ ਮੈਂ। ਇੱਕ ਬੱਚਾ ਜਿਹਦੇ ਕੀ 44% ਮਾਰਕਸ ਹੈ ਉਹ ਫੇਲ ਹੋ ਗਿਆ ਕਿੰਨੇ ਨੰਬਰ ਤੋਂ? 12 ਨੰਬਰ ਤੋਂ। ਮੈਂ ਮੰਨ ਲੈਣਾ ਪਾਸ ਇੱਥੇ ਸੀਗਾ ਤੇ ਆ ਗੈਪ ਸਾਡੇ ਕੋਲ ਜਿਹੜਾ ਵਾ ਉਹ 12 ਆ ਗਿਆ। ਐਂਡ ਇੱਕ ਪਰਸਨ ਹੋਰ ਹੈ ਜਿਹਦੇ 57% ਮਾਰਕਸ ਆਏ ਐਂਡ ਉਹਦੇ ਨੰਬਰ 27 ਮਾਰਕਸ ਜ਼ਿਆਦਾ ਸੀ ਮਿਨੀਮਮ ਮਾਰਕਸ ਤੋਂ। ਸੋ ਇੱਥੋਂ ਦੀ ਅਗਰ ਮੈਂ ਗੱਲ ਕਰਾਂ ਤਾਂ ਇੱਥੇ ਵੈਲਿਊ ਕਿੰਨੀ ਹੈ? 27। ਸੋ ਪਰਸੈਂਟੇਜ ਦੀ ਅਗਰ ਗੱਲ ਕੀਤੀ ਜਾਵੇ ਤਾਂ 13% ਦਾ ਡਿਫਰੈਂਸ ਹੈ। ਤੇ ਅਗਰ ਇੱਥੇ ਦੇਖਿਆ ਜਾਵੇ ਟੋਟਲ ਕਿੰਨੇ ਮਾਰਕਸ ਹੈ, ਇੱਥੋਂ ਦੀ ਇੱਥੇ ਪਹੁੰਚਣ ਲਈ ਕਿੰਨੇ ਮਾਰਕਸ ਚਾਹੀਦੇ ਹੈ, ਤਾਂ ਮੇਰੇ ਕੋਲ ਹੈ 39। ਅਗਰ ਧਿਆਨ ਨਾਲ ਦੇਖੀਏ 13 ਦੇ 3 ਦੇ ਟੇਬਲ 'ਚ 39 ਆਉਂਦਾ ਵਾ। ਸੋ ਮੈਂ ਕਹਿ ਸਕਦਾ ਕਿ 1% ਦੀ ਵੈਲਿਊ ਕਿੰਨੀ ਹੈ? 3। ਉਹਨੂੰ ਕਹਿ ਰਿਹਾ ਕਿ ਪ੍ਰਿਆ, ਇੱਕ ਲੜਕੀ ਪ੍ਰਿਆ ਹੈ, ਉਹਨੇ ਟੌਪ ਕੀਤਾ ਵਾ ਵਿਦ 99% ਮਾਰਕਸ। ਹਾਊ ਮੈਨੀ ਮਾਰਕਸ ਜਿਹੜੇ ਪ੍ਰਿਆ ਸਿਕਿਉਰ? ਸੋ ਅਸੀਂ ਇੱਕ ਵਾਰ ਕੀ ਕਰਦੇ ਹਾਂ, ਅਸੀਂ ਇੱਕ ਵਾਰ 100% ਦੀ ਵੈਲਿਊ ਕੱਢ ਲੈਂਦੇ ਹਾਂ। 100% ਦੀ ਵੈਲਿਊ ਕਿੰਨੀ ਹੈ? 300। ਮਾਰਕਸ ਕਿੰਨੇ ਲਏ? 99%, ਮਤਲਬ 1% ਨੰਬਰ ਘੱਟ। ਸੋ 1% ਦੀ ਵੈਲਿਊ ਕਿੰਨੀ ਹੈ? 3। ਸੋ ਇਹ 'ਚੋਂ ਮੈਂ 3 ਮਾਈਨਸ ਕਰੂੰਗਾ ਤਾਂ ਕਿੰਨਾ ਆ ਗਿਆ? 297। ਕਿੰਨਾ ਆ ਗਿਆ? 297, ਜੋ ਕਿ ਸਾਡਾ ਫਸਟ ਆਪਸ਼ਨ ਹੈ। ਠੀਕ ਹੈ ਜੀ। ਸੋ ਇਹ ਕੁਐਸਚਨ ਹੁਣ ਮੇਰਾ ਸੈਕਿੰਡ ਥਰਡ ਟਾਈਮ ਰਿਪੀਟ ਹੋ ਰਿਹਾ ਵਾ। ਤੁਸੀਂ ਕਨਸੈਪਟ ਸਮਝ ਗਏ ਹੋਵੋਗੇ ਕਿ ਇਹਨੂੰ ਕਿੱਦਾਂ ਕਰੀਦਾ ਵਾ ਡੀਲ। ਪਰਸੈਂਟੇਜ ਵਾਲੇ ਕੁਐਸਚਨ, ਐਗਜ਼ਾਮੀਨੇਸ਼ਨ ਵਾਲੇ ਕੁਐਸਚਨ ਬਹੁਤ ਵਾਰ ਪੁੱਛੇ ਗਏ ਆ, ਠੀਕ ਹੈ, ਪ੍ਰੀਵੀਅਸ ਈਅਰ ਦੇ ਵਿੱਚ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A student who gets 34% marks fails by 48 marks while another student who gets 304 marks। ਹੁਣ ਚੇਂਜ ਕਰ ਕਰਕੇ ਆਉਂਦਾ, ਕਈ ਵਾਰ ਤਾਂ ਪਰਸੈਂਟੇਜ ਦੇ ਨਾਲ ਮਾਰਕਸ ਦੇ ਦਿੰਦਾ ਵਾ, ਕਈ ਵਾਰ ਪਰਸੈਂਟੇਜ ਨਾਲ ਪਰਸੈਂਟੇਜ, ਜਿੱਦਾਂ ਕਿ ਕੁਐਸਚਨ ਕਰ ਚੁੱਕੇ ਹਾਂ, ਕਈ ਵਾਰ ਮਾਰਕਸ ਦੇ ਨਾਲ ਮਾਰਕਸ। ਉਹਨੂੰ ਕੀ ਕਹਿ ਰਿਹਾ ਕਿ ਇੱਕ ਬੱਚਾ ਜਿਹਦੇ ਕਿ 304 ਨੰਬਰ ਆਏ ਹੈ ਉਹ 16 ਨੰਬਰਾਂ ਤੋਂ ਫੇਲ ਹੋ ਗਿਆ। ਸੋ ਇਹਦਾ ਮਤਲਬ ਉਹਦੇ ਅਗਰ 16 ਨੰਬਰ ਆਏ ਹੁੰਦੇ ਤਾਂ ਉਹ ਪਾਸ ਹੋ ਜਾਂਦਾ। ਇੱਥੇ ਪਾਸ ਦਾ ਮਤਲਬ ਹੁੰਦਾ ਵਾ ਪਾਸ ਪਰਸੈਂਟੇਜ, ਮਿਨੀਮਮ ਨੰਬਰ ਜਿੰਨੇ ਚਾਹੀਦੇ ਹੁੰਦੇ ਪਾਸ ਹੋਣ ਲਈ, ਉਹਦੀ ਗੱਲ ਕਰਦਾ ਬਸ। ਕਿੰਨੇ ਹੈ? 320 ਨੰਬਰ ਚਾਹੀਦੇ ਆ ਮਿਨੀਮਮ ਪਾਸ ਹੋਣ ਲਈ। ਹੁਣ ਇੱਕ ਬੱਚਾ ਜਿਹਦੇ ਕਿ 34% ਨੰਬਰ ਆਏ ਹੈ ਉਹ 48 ਨੰਬਰਾਂ ਤੋਂ ਫੇਲ ਹੋ ਗਿਆ। ਸੋ ਇਹਦਾ ਮਤਲਬ ਕੀ ਹੈ ਕਿ ਉਹਦੇ ਮਿਨੀਮਮ ਪਾਸ ਮਾਰਕਸ ਤੋਂ ਜਿਹੜੇ ਕਿ 320 ਹੈ, ਇਹ 'ਚੋਂ 48 ਨੰਬਰ ਘੱਟ ਹੈ। तो अगर मैं 320 चो 40 घटाऊंगा तो कितना होगा? 280। इत्थे आ जाऊंगा 272। ਇਹਦਾ ਮਤਲਬ ਇਸ ਬੱਚੇ ਦੇ ਜਿਹਦੇ 34% ਨੰਬਰ ਹੈ ਉਹਦੇ 272 ਨੰਬਰ ਹੈ। ਠੀਕ ਹੈ, ਸਮਝ ਗਏ ਕਿੱਦਾਂ ਆਇਆ? ਦੇਖੋ 304 ਵਾਲਾ 16 ਨੰਬਰਾਂ ਤੋਂ ਫੇਲ ਸੀ, ਦਾ ਮਤਲਬ ਪਾਸ ਵਾਲਾ 320 ਹੈ। ਤੇ ਜਿਹਦੇ 34% ਨੰਬਰ ਹੈ ਉਹਦੇ 48 ਘੱਟ ਹੈ। 48 ਘੱਟ ਦਾ ਮਤਲਬ ਕੀ ਹੈ ਕਿ ਪਾਸ ਤੋਂ 48 ਘੱਟ ਹੈ। ਸੋ 320 ਤੋਂ ਅਗਰ ਮੈਂ 48 ਘਟਾਊਂਗਾ ਤਾਂ ਕਿੰਨੇ ਆ ਗਏ? 272। ਇਹਦਾ ਮਤਲਬ ਸਟੂਡੈਂਟ ਦੇ ਜਿਹਦੇ ਕਿ 34% ਨੰਬਰ ਆਏ ਹੈ ਉਹਦੇ ਐਕਚੁਅਲ 'ਚ ਨੰਬਰ ਕਿੰਨੇ ਹੈ? 272। ਅਗਰ 34 ਦੀ ਗੱਲ ਕੀਤੀ ਜਾਵੇ ਤਾਂ 34 ਦੇ 8 ਦੇ ਟੇਬਲ 'ਚ 8 4 ਜਾਂ 32 ਹੁੰਦਾ ਵਾ। ਠੀਕ ਹੈ, ਸੋ ਅਗਰ ਤੁਸੀਂ ਇਹਦੀ ਕੈਲਕੂਲੇਸ਼ਨ ਕਰੋਗੇ, ਠੀਕ ਹੈ, ਐਸਟੀਮੇਟ ਲਗਾ ਕੇ ਕੈਲਕੂਲੇਸ਼ਨ ਹੋ ਜਾਂਦੀ ਹੈ। ਇੱਥੇ ਕਟਿੰਗ ਜਿਹੜੀ ਹੈ ਉਹ 8 ਦੇ ਟੇਬਲ 'ਚ ਹੋਊਗੀ। 1% ਦੀ ਵੈਲਿਊ ਆਊਗੀ ਸਾਡੇ ਕੋਲ 8। ਪੁੱਛਿਆ ਕੀ ਹੈ? ਹਾਊ ਮੈਨੀ ਮਾਰਕਸ ਦ ਟੌਪਰ ਸਿਕਿਉਰਡ? ਸੋ ਇਫ ਦ ਟੌਪਰ ਆਫ ਦ ਕਲਾਸ ਸਿਕਿਉਰਡ 82% ਮਾਰਕਸ। ਸੋ 1% ਦੀ ਵੈਲਿਊ 8 ਹੈ ਤਾਂ 82% ਦੀ ਵੈਲਿਊ ਕਿੰਨੀ ਹੋਊਗੀ? 8 × 82। 8 2 16, 6 1 कैरी, 8 8 64, ਇੱਥੇ ਆ ਗਿਆ 65। तो 656 ਨੰਬਰ ਹੈ ਜਿੰਨੇ ਕੀ ਟੌਪ ਕੀਤਾ। ਠੀਕ ਹੈ, 656 ਨੰਬਰ ਹੈ ਜਿੰਨੇ ਟੌਪ ਕੀਤਾ ਵਾ। ਨੈਕਸਟ ਕੁਐਸਚਨ ਕਰਦੇ ਹਾਂ ਇਸੀ ਸੀਰੀਜ਼ ਦੇ ਵਿੱਚ 83rd ਕੁਐਸਚਨ। In an examination, it is required to get 600 marks to pass. 600 ਨੰਬਰ ਚਾਹੀਦੇ ਪਾਸ ਹੋਣ ਲਈ। A student who got 590 marks is declared failed by 6%। ਦੇਖੋ ਜਿਹਦੇ ਨੰਬਰ 510 ਹੈ ਉਹਨੂੰ 6% ਤੋਂ ਫੇਲ ਘੋਸ਼ਿਤ ਕਰਤਾ, ਜਦ ਕਿ ਪਾਸ 600 ਵਾਲਾ ਹੋਊਗਾ। ਸੋ ਕਿੰਨੇ ਨੰਬਰ ਘੱਟ ਆਏ ਸੀ ਇਹਦੇ? ਇਹਦੇ 90 ਨੰਬਰ ਘੱਟ ਆਏ ਸੀਗੇ। ਤੇ ਉਹ ਕਹਿ ਰਿਹਾ ਕਿ 6% ਤੋਂ ਫੇਲ ਹੋ ਗਿਆ, ਦਾ ਮਤਲਬ 6% ਦੀ ਵੈਲਿਊ ਕਿੰਨੀ ਹੈ? 90। 1% ਦੀ ਵੈਲਿਊ ਕਿੰਨੀ ਹੁੰਦੀ ਹੈ? 90 ਦੇ ਟੇਬਲ 6 ਦੇ ਟੇਬਲ 'ਚ 90 ਕਦੋਂ ਆਉਂਦਾ? 15। ਠੀਕ ਹੈ, ਸੋ ਅਗਰ ਤੁਸੀਂ ਕ੍ਰਿਕਟ ਦੇਖਦੇ ਹੋ ਤਾਂ ਕ੍ਰਿਕਟ ਦੇ ਵਿੱਚ ਸਾਰੇ ਜਿਹੜੇ ਓਵਰ ਆ 6 ਦੇ ਮਲਟੀਪਲ 'ਚ ਚੱਲਦੇ ਆ। ਸੋ 15 ਓਵਰਸ ਦੇ ਵਿੱਚ 50 ਓਵਰ ਮੈਚ ਦੇ ਵਿੱਚ 15 ਓਵਰਸ ਜਿਹੜੇ ਹੁੰਦੇ ਸੀ ਕਰੂਸ਼ੀਅਲ ਹੁੰਦੇ ਸੀ। ਸੋ 15 ਓਵਰ 'ਚ 90 ਬਾਲਸ ਹੁੰਦੀਆਂ ਸੀਗੀਆਂ। ਠੀਕ ਹੈ, ਸੋ 1% ਦੀ ਵੈਲਿਊ ਕਿੰਨੀ ਹੈਗੀ? 15। ਹਾਊ ਮਚ ਆਰ ਦਾ ਟੋਟਲ ਮਾਰਕਸ ਆਫ ਦਾ ਐਗਜ਼ਾਮੀਨੇਸ਼ਨ? ਟੋਟਲ ਮਾਰਕਸ ਕਿੰਨੇ ਹੁੰਦੇ ਆ? 100%। ਸੋ ਇੱਥੇ 100% ਕਰਨਾ ਤਾਂ ਮੇਰਾ ਆਨਸਰ ਕਿੰਨਾ ਆਊਗਾ? 1500। ਫਸਟ ਆਪਸ਼ਨ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। तो क्वेश्चन PSSS भी बहुत ईजी पुट कर दी है, बस सानू प्रैक्टिस की होनी चाहिए पहला क्वेश्चन सी। In an examination, a student got 31% marks and failed by 72 marks in the same examination। So एक बार बना लेने इत्थे कि एक एग्जाम ਦੇ ਵਿੱਚ 31% ਨੰਬਰ ਆਏ ਹੈ ਤੇ ਮੰਨ ਲੈਣੇ ਇੱਥੇ ਬੱਚਾ ਪਾਸ ਹੋ ਜਾਂਦਾ ਤਾਂ ਉਹਦੇ
ਇੱਥੋਂ ਦੀ ਇੱਥੇ ਕਿੰਨਾ ਫਰਕ ਹੈ 72 ਮਾਰਕਸ ਦਾ। ਐਂਡ ਇਨ ਦ ਸੇਮ ਐਗਜ਼ਾਮੀਨੇਸ਼ਨ ਅਨਦਰ ਸਟੂਡੈਂਟ ਗॉट 45% ਮਾਰਕਸ, ਇੱਥੇ ਇੱਕ ਬੱਚੇ ਦੇ 45% ਮਾਰਕਸ ਹੈ ਤੇ ਉਹ 180 ਐਂਡ ਸਿਕਿਉਰਡ 180 ਮਾਰਕਸ ਮੋਰ ਦੈਨ ਦ ਮਿਨੀਮਮ ਐਸੈਂਸ਼ੀਅਲ ਮਾਰਕਸ ਫॉर ਪਾਸਿੰਗ ਦ ਐਗਜ਼ਾਮੀਨੇਸ਼ਨ। ਜਿੰਨੇ ਪਾਸ ਹੋਣ ਲਈ ਨੰਬਰ ਚਾਹੀਦੇ ਸੀ ਉਹਦੇ ਤੋਂ 180 ਨੰਬਰ ਜ਼ਿਆਦਾ ਹੈ। ਫਾਈਂਡ ਦ ਪਾਸ ਪਰਸੈਂਟੇਜ, ਮੈਂ ਦੱਸਣੀ ਹੈ ਕਿ ਪਾਸ ਪਰਸੈਂਟੇਜ ਕਿੰਨੀ ਹੈ। ਧਿਆਨ ਨਾਲ ਦੇਖੋ 31 to 45 ਤੇ ਜਾਵਾਂਗੇ ਤਾਂ 14% ਦਾ ਫਰਕ ਆਊਗਾ। 14% ਕਿਹਦੇ ਬਰਾਬਰ ਹੈ 252 ਦੇ, ਕਿਹਦੇ ਬਰਾਬਰ ਹੈ 252 ਦੇ। ਠੀਕ ਹੈ ਜੀ। ਸੋ ਹੁਣ ਅਸੀਂ ਦੱਸਣਾ ਵਾ ਕਿ 14% ਦੀ ਵੈਲਿਊ ਤਾਂ ਦਿੱਤੀ ਹੋਈ ਹੈ। ਠੀਕ ਹੈ, ਅਸੀਂ ਸੌਰੀ 252 ਨੰਬਰ ਜਿਹੜੇ ਆ ਉਹ ਬਣਾਉਂਦੇ ਆ 14%। ਅਸੀਂ ਦੱਸਣਾ ਵਾ ਕਿ 72 ਮਾਰਕਸ ਕਿੰਨੇ ਬਣਾਉਂਗੇ। ਠੀਕ ਹੈ ਜੀ। ਸੋ ਧਿਆਨ ਨਾਲ ਦੇਖੋ ਮੈਂ 31% ਦੇ ਵਿੱਚ ਕਿੰਨੇ ਪਰਸੈਂਟੇਜ ਐਡ ਕਰਨੀ ਹੈ, ਜਿੰਨੇ 72 ਮਾਰਕਸ ਪਰਸੈਂਟੇਜ ਚ ਕਨਵਰਟ ਹੋ ਜਾਊਗੇ ਉਨੀ। ਸੋ ਅਗਰ ਮੈਂ ਦੇਖੋ 140 ਤੋਂ ਉੱਪਰ ਕਿੰਨਾ ਹੈਗਾ ਵਾ, ਚਲੋ ਇਦਾਂ ਕਰਦੇ ਆ ਕਿ 1 ਮਾਰਕਸ ਦੀ ਅਗਰ ਮੈਂ ਪਰਸੈਂਟੇਜ ਕਰਨੀ ਹੈ ਤਾਂ 14/252 ਤਾਂ ਮੈਂ ਕਿੰਨੇ ਮਾਰਕਸ ਦੀ ਪਰਸੈਂਟੇਜ ਕਰਨੀ, ਮੈਂ 72 ਮਾਰਕਸ ਦੀ ਪਰਸੈਂਟੇਜ ਕਰਨੀ ਹੈ। ਕਿੰਨੇ ਦੀ 72 ਦੀ। ਹੁਣ ਧਿਆਨ ਨਾਲ ਦੇਖੋ ਅਗਰ ਆਪਾਂ ਕਟਿੰਗ ਕਰੀਏ तो 4 ਦੇ ਟੇਬਲ 'ਚ ਅਗਰ ਮੈਂ ਕਟਿੰਗ ਕਰਾਂ ਤਾਂ ਕਿੰਨਾ ਆਊਗਾ 4 6 ਦਾ 24, ਇੱਥੇ 12 ਆ ਗਿਆ 3। तो ਇੱਥੇ ਅਗਰ ਕਟਿੰਗ ਕਰਾਂਗੇ 4 1 4, ਇੱਥੇ ਕਿੰਨਾ ਆ ਗਿਆ। तो अगर देखा 9 ਦੇ ਟੇਬਲ ਦੇ ਵਿੱਚ 2 ਹੈ ਐਂਡ 9 7 ਦਾ 7, ਇੱਥੇ ਕਿੰਨਾ ਆ ਜਾਊਗਾ 2। ਸੋ ਬੇਸਿਕਲੀ ਕਿੰਨਾ ਆ ਜਾਊਗਾ 4% ਆ ਜਾਊਗਾ। ਕਿੰਨਾ ਆ ਜਾਊਗਾ 4%। ਸੋ 31% ਵਾਲੇ ਦੇ 4% ਨੰਬਰ ਹੋਰ ਆਣੇ ਚਾਹੀਦੇ, ਤਾਂ ਮਤਲਬ ਕਿੰਨਾ ਆਊਗਾ 35% ਆਊਗਾ। ਕਿੰਨਾ ਆ ਜਾਊਗਾ 35% ਮਾਰਕਸ ਜਿਹੜਾ ਵਾ ਸਾਡੇ ਕੋਲ ਆਊਗਾ। ਠੀਕ ਹੈ ਜੀ, ਸਮਝ ਗਏ ਗੱਲ। ਚਲੋ ਅਸੀਂ ਨੈਕਸਟ ਕੁਐਸਚਨ ਕਰਦੇ ਹਾਂ। So in examination, Sumit secured 58% marks, which are 104 marks more than the passing marks. If the passing marks are 45%, देखो 58% ਵਾਲੇ ਦੇ ਕਿੰਨੇ ਨੰਬਰ ਆਏ ਆ, ਜਿੰਨੇ ਪਾਸ ਮਾਰਕਸ ਆਣੇ ਚਾਹੀਦੇ ਆ, ਪਰਸੈਂਟੇਜ ਆਣੀ ਚਾਹੀਦੀ ਹੈ ਉਹਦੇ ਤੋਂ 104 ਜ਼ਿਆਦਾ। तो ਕਹਿ ਰਿਹਾ ਕਿ ਪਾਸ ਹੋਣ ਲਈ ਜਿਹੜੀ ਪਰਸੈਂਟੇਜ ਚਾਹੀਦੀ ਹੈ ਉਹ 45%। ਹੁਣ 45% ਦੇ ਵਿੱਚ ਮੈਂ ਕੀ ਐਡ ਕਰਾਂ ਕਿ ਟੋਟਲ ਆਪਾਂ 58 ਤੇ ਪਹੁੰਚ ਜਾਈਏ, ਉਹ ਹੈ 13%। ਇਹਦਾ ਮਤਲਬ 13% ਦੀ ਵੈਲਿਊ ਦਿੱਤੀ ਹੋਈ ਹੈ 104। ਸੋ 13 ਦੇ ਕਿਹੜੇ ਟੇਬਲ 'ਚ 104 ਆਉਂਦਾ ਵਾ 8 ਦੇ ਟੇਬਲ ਦੇ ਵਿੱਚ। ਠੀਕ ਹੈ, ਸੋ 13% ਦੀ ਵੈਲਿਊ ਅਗਰ 104 ਹੈ ਤਾਂ 1% ਦੀ ਵੈਲਿਊ ਕਿੰਨੀ ਹੈ 8। ਸੋ ਮੈਨੂੰ ਪੁੱਛ ਰਿਹਾ ਵਾ ਕਿ ਫਾਈਂਡ ਦਾ ਮੈਕਸਿਮਮ ਮਾਰਕਸ। ਮੈਕਸਿਮਮ ਮਾਰਕਸ ਕਿੰਨੇ ਹੋਣਗੇ ਸਾਡੇ ਕੋਲ 800 ਮਾਰਕਸ। ਕਿੰਨੇ ਮਾਰਕਸ ਹੋਣਗੇ 800 ਮਾਰਕਸ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। 86th ਕੁਐਸਚਨ ਕਰਦੇ ਹਾਂ। कह रहे हैं कि स्टूडेंट हु गॉट 25% ऑफ द मार्क्स इन द टेस्ट फेल्स बाय 40 मार्क्स। तो जिस बच्चे दे 25% मार्क्स आए ਉਹਦੇ अगर 40 मार्क्स होर आंदे ਤਾਂ ਉਹ ਪਾਸ ਹੋ ਜਾਂਦਾ। another students who get 220 marks fails by 50 marks। ਇਹ ਤਾਂ ਮਾਰਕਸ ਦੀ ਗੱਲ ਹੀ ਕਰ ਰਿਹਾ। ਕਹਿੰਦਾ ਜਿਹਦੇ 220 ਨੰਬਰ ਆਏ ਨਾ ਉਹਦੇ 50 ਨੰਬਰ ਘੱਟ ਆਏ, ਦਾ ਮਤਲਬ ਉਹਦੇ ਕਿੰਨੇ ਆਣੇ ਚਾਹੀਦੇ ਸੀ 270 ਆਣੇ ਚਾਹੀਦੇ ਸੀ ਪਾਸ ਹੋਣ ਲਈ। ਪਾਸ ਹੋਣ ਲਈ ਕਿੰਨੇ ਨੰਬਰ ਚਾਹੀਦੇ ਸੀਗੇ 270 ਨੰਬਰ ਚਾਹੀਦੇ ਸੀ। तो 25% इज इक्वल टू 40 ਨੂੰ ਇਧਰ ਮਾਈਨਸ ਕਰਾਂਗੇ ਤਾਂ ਕਿੰਨਾ ਆ ਜਾਊਗਾ 230। 230 ਕਿਹਦੀ ਵੈਲਿਊ ਹੈ 25% ਦੀ, ਜੋ ਕਿ 100 ਦਾ ਚੌਥਾ ਹਿੱਸਾ ਹੁੰਦਾ ਵਾ। ਫਾਈਂਡ ਦਾ ਟੋਟਲ ਮਾਰਕਸ। ਟੋਟਲ ਮਾਰਕਸ ਦੱਸਣੇ, ਇਹਦਾ ਮਤਲਬ ਮੈਂ 100% ਦੀ ਵੈਲਿਊ ਦੱਸਣੀ ਹੈ, ਜੋ ਕਿ ਇਹਦਾ 4 ਦਾ ਮਲਟੀਪਲ ਹੈ। ਸੋ 43 ਨੂੰ ਜਦੋਂ ਮੈਂ 4 ਨਾਲ ਮਲਟੀਪਲਾਈ 23 ਨੂੰ ਜਦੋਂ ਮੈਂ 4 ਨਾਲ ਮਲਟੀਪਲਾਈ ਕਰੂੰਗਾ, ਕਿਸੇ ਵੀ ਨੰਬਰ ਨੂੰ 4 ਨਾਲ ਮਲਟੀਪਲਾਈ ਕਰਨਾ ਹੋਵੇ ਉਹਨੂੰ 2 ਵਾਰ ਡਬਲ ਕਰ ਦਿਓ। 23 ਡਬਲ ਕਿੰਨਾ ਹੁੰਦਾ 46 ਡਬਲ ਹੋ ਗਿਆ 92। ਸੋ ਮੇਰਾ ਆਂਸਰ ਆਊਗਾ ਇੱਥੇ 900। ਕੀ ਆ ਜਾਊਗਾ 920 ਸਾਡਾ ਫਸਟ ਆਪਸ਼ਨ ਹੈ। ਠੀਕ ਹੈ, ਕਿਸੇ ਨੰਬਰ ਨੂੰ 4 ਨਾਲ ਮਲਟੀਪਲਾਈ ਕਰਨਾ ਹੋਵੇ ਉਹਨੂੰ 2 ਵਾਰ ਡਬਲ ਕਰ ਦਿਓ ਸਕਸੈਸਿਵਲੀ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। In a test, minimum passing percentage for girls and boys is 30% and 45% respectively. A boy secured 785 marks and failed by 115। तो बॉय ਦੀ ਗੱਲ ਕਰ ਰਿਹਾ, ਕਹਿੰਦਾ ਬॉय ਨੇ 785 ਨੰਬਰ ਲਏ ਤੇ 115 ਨੰਬਰ ਤੋਂ ਫੇਲ ਹੋ ਗਿਆ। ਅਗਰ ਇਹਦੇ 115 ਨੰਬਰ ਹੋਰ ਆ ਜਾਂਦੇ ਤਾਂ ਕਿੰਨੇ ਮਾਰਕਸ ਹੋਣੇ ਸੀ ਟੋਟਲ ਇਹਦੇ 900। 15 ਇੱਥੇ ਐਡਜਸਟ ਕਰਾਂਗੇ 800 ਤੇ 100 900। ਸੋ 900 ਵਾਲਾ ਪਾਸ ਹੋ ਜਾਂਦਾ। ਉਹ ਕਹਿ ਰਿਹਾ ਕਿ ਬॉयਜ਼ 30% ਵਾਲੇ ਪਾਸ ਸੀਗੇ। ਮਿਨੀਮਮ ਪਾਸਿੰਗ ਪਰਸੈਂਟੇਜ ਫॉर गर्ल्स एंड बॉयज इज सॉरी बॉयज ਦੀ ਹੈ 45%। ਬॉयਜ਼ ਦੀ ਕਿੰਨੀ ਹੈ 45%। ਇਹਦਾ ਮਤਲਬ 45% ਦੀ ਵੈਲਿਊ ਕਿੰਨੀ ਹੈ 900।
ਵਟ ਇਜ਼ ਦ ਮਿਨੀਮਮ ਪਾਸਿੰਗ ਮਾਰਕਸ ਫॉर गर्ल्स? गर्ल्स ਦੇ ਮਿਨੀਮਮ ਮਾਰਕਸ ਕਿੰਨੇ ਆ? 30%। ਹੁਣ ਦੇਖੋ 45 ਦਾ ਡਬਲ ਕਿੰਨਾ ਹੁੰਦਾ ਵਾ? 90। ਇਹਦਾ ਮਤਲਬ 2 ਨਾਲ ਮਲਟੀਪਲਾਈ ਕੀਤਾ ਗਿਆ ਤੇ ਇੱਥੇ ਕਿੰਨਾ ਆ ਗਿਆ? 0। ਸੋ ਇਹਦਾ ਮਤਲਬ ਕੀ ਹੈ ਕਿ 20 ਦਾ ਮਲਟੀਪਲ ਹੈ। 30% ਦੀ ਅਗਰ ਵੈਲਿਊ ਕੱਢਣੀ ਹੈ ਤਾਂ ਇਹਦਾ 20 ਦਾ ਮਲਟੀਪਲ ਕਰ ਦੋ। ਆਨਸਰ ਕੀ ਆਊਗਾ? 600। ਠੀਕ ਹੈ ਜੀ, ਈਜ਼ੀ ਕੁਐਸਚਨ ਹੈ। ਸੋ ਆਪਾਂ ਜਲਦੀ ਵੀ ਕਰਨਾ ਵਾ। ਨੈਕਸਟ ਕੁਐਸਚਨ ਕਰਦੇ ਹਾਂ। स्टूडेंट needs to get 60% marks to pass the examination. If he gets 80 marks and fails by 40 marks, देखो ਉਹਦੇ 80 marks ਆਏ ਤਾਂ 40 ਤੋਂ ਫੇਲ ਹੋ ਗਿਆ। ਅਗਰ ਉਹਦੇ 40 ਹੋਰ ਆ ਜਾਂਦੇ ਤਾਂ ਉਹ ਪਾਸ ਹੋ ਜਾਂਦਾ। ਮਤਲਬ 120 ਨੰਬਰ ਵਾਲਾ ਕੀ ਹੈ? ਪਾਸ ਹੋ ਜਾਂਦਾ। ਇੱਥੇ ਉਹ ਕਹਿ ਰਿਹਾ ਵਾ ਕਿ 60% ਵਾਲਾ ਪਾਸ ਹੈ। ਸੋ 60% ਦੀ ਵੈਲਿਊ ਜਿਹੜੀ ਹੈ ਉਹ 120 ਹੈ। ਮਤਲਬ ਕੀ ਹੈ? ਡਬਲ। ਟੋਟਲ ਮਾਰਕਸ ਕਿੰਨੇ ਹੋਣਗੇ? ਟੋਟਲ ਮਾਰਕਸ ਹੁੰਦੇ ਆ 100%। 100 ਦਾ ਡਬਲ ਕਿੰਨਾ ਹੁੰਦਾ ਵਾ? 200। ਤਾਂ ਸਾਡਾ ਆਨਸਰ ਆਊਗਾ। ਠੀਕ ਹੈ ਜੀ, ਸਮਝ ਗਏ? ਸੋ ਅਸੀਂ ਯੂਨਿਟਰੀ ਮੈਥਡ ਨਹੀਂ ਲਗਾਉਂਦੇ, ਅਸੀਂ ਟਰਾਈ ਕਰੀਦਾ 100% ਤੇ ਕਿੱਦਾਂ ਪਹੁੰਚਣਾ ਵਾ। ਮਲਟੀਪਲਾਈਂਗ ਫੈਕਟਰ ਲੱਭ ਲਈਦਾ ਵਾ ਕੀ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। P and Q both took the same test. P obtained 32% marks of the maximum marks allotted and failed by 16 marks, while Q scored 45% of maximum marks allotted and passed by 10 marks. Again ਹੁਣ ਦੇਖੋ ਇਹ 'ਚ ਕੀ ਹੈ, ਚਾਹੇ ਨੰਬਰ ਲਾਈਨ ਤੋਂ ਬਣਾ ਲਓ, ਵੈਸੇ ਡਾਟਾ ਲਿਖ ਕੇ ਵੀ ਬਣਾ ਸਕਦੇ ਹਾਂ। ਇੱਕ ਬੱਚਾ ਜਿਹਦੇ ਕਿ 32% ਨੰਬਰ ਆਏ, ਉਹ ਫੇਲ ਹੋ ਗਿਆ ਕਿੰਨੇ? 16 ਮਾਰਕਸ ਤੋਂ। ਮੰਨ ਲਓ ਇਹ ਪਾਸ ਹੋਇਆ ਸੀਗਾ ਤੇ ਕਿੰਨੇ ਮਾਰਕਸ ਤੋਂ ਫੇਲ ਹੋ ਗਿਆ? 16 ਤੋਂ। while Q scored 45% marks and allotted and passed by 10 marks. So ਇਹਦੇ ਪਾਸ ਤੋਂ 10 ਨੰਬਰ ਜ਼ਿਆਦਾ ਆ ਗਏ। So what is the maximum marks allotted? Maximum marks ਹੁੰਦੇ 100। ਸੋ ਮੈਂ ਦੇਖੂੰਗਾ 32 ਤੋਂ 45 ਤੱਕ ਆਉਣਾ ਵਾ ਤੇ 13% ਆ ਗਿਆ। 13% ਦੀ ਵੈਲਿਊ ਕਿੰਨੀ ਹੈ? 26, ਜੋ ਕਿ ਇਹ ਤੋਂ ਡਬਲ ਹੈ। ਸੋ ਟੋਟਲ ਕਿੰਨੀ ਹੋਊਗੀ? 100% ਦੀ ਡਬਲ ਕਿੰਨਾ ਹੁੰਦਾ ਵਾ? 200। ਸੋ ਮੇਰਾ ਆਨਸਰ ਕਿੰਨਾ ਹੈ? 200। ਠੀਕ ਹੈ ਜੀ, ਚਲੋ ਇਸ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਕਰਦੇ ਹਾਂ ਪਰਸੈਂਟੇਜ ਦਾ। ਠੀਕ ਹੈ, ਉਮਰ ਐਂਡ ਸਾਹਿਲ ਸਕੋਰ ਦਾ ਸੇਮ ਐਬਸੋਲੂਟ ਮਾਰਕਸ। ਐਬਸੋਲੂਟ ਮਾਰਕਸ ਦਾ ਮਤਲਬ ਹੁੰਦਾ ਵਾ ਕਿ ਚਾਹੇ ਉਹਨਾਂ ਦੀਆਂ ਪਰਸੈਂਟੇਜਸ ਅਲੱਗ-ਅਲੱਗ ਹੋਣ ਪਰ ਨੰਬਰ ਉਹਨਾਂ ਦੇ ਸੇਮ ਹੈ। ਜਿੱਦਾਂ ਕਿ ਮੰਨ ਲਓ ਮੈਂ ਕਹਿ ਰਿਹਾ ਕਿ ਉਮਰ ਦੇ ਵੀ 80 ਨੰਬਰ ਹੈ, ਸਾਹਿਲ ਦੇ ਵੀ 80 ਨੰਬਰ ਹੈ, ਪਰ ਹੋ ਸਕਦਾ ਇਹਨਾਂ ਟੋਟਲ ਮਾਰਕਸ ਜਿਹੜੇ ਆ ਉਹ ਡਿਫਰੈਂਟ ਹੋਣ। ਠੀਕ ਹੈ, ਸੋ ਐਬਸੋਲੂਟ ਦਾ ਮਤਲਬ ਹੁੰਦਾ ਕਿ ਐਕਚੁਅਲ 'ਚ ਮਾਰਕਸ ਜਿਹੜੇ ਆ ਉਹ ਸੇਮ ਹੈ, ਟੋਟਲ ਡਿਫਰੈਂਟ ਹੋ ਸਕਦਾ ਵਾ। बट वाइल द उमर्स पेपर हैड द, मैं देखो वही चीज़ आ गई ना। मैं मान लेना कि उमर ते साहिल ने सेम मार्क्स स्कोर किए, आप मान लेना कि उमर ने भी एक्स किए, साहिल ने भी एक्स। उमर दे ਜਿਹੜੇ टोटल मार्क्स है वो 60 है ਤੇ ਸਾਹਿਲ ਦੇ ਹੈ 80। ਇਹਦੇ 80 ਚੋਂ x ਹੈ, ਇਹਦੇ 60 ਚੋਂ x ਹੈ। ਇਫ ਇਨ ਟਰਮਸ ਆਫ ਦ ਪਰਸੈਂਟੇਜ ਉਮਰ ਸਕੋਰਡ 20% ਮੋਰ ਦੈਨ ਸਾਹਿਲ, ਇਹ ਉਮਰ ਹੈ, ਇਹ ਸਾਹਿਲ ਹੈ। ਉਹ ਕਹਿੰਦਾ ਕਿ ਅਗਰ ਪਰਸੈਂਟੇਜ ਦੀ ਗੱਲ ਕਰੀਏ ਤਾਂ ਉਮਰ ਦੀ ਪਰਸੈਂਟੇਜ ਜੋ ਹੈ ਉਹ 20% ਜ਼ਿਆਦਾ ਆਈ ਹੈ, ਸਾਹਿਲ ਤੋਂ ਜ਼ਿਆਦਾ ਹੀ ਆਉਂਗੀ ਕਿਉਂਕਿ ਇਹਦਾ ਬੇਸ ਛੋਟਾ ਹੈ। ਤਾਂ ਦੱਸੋ ਵਟ ਵਾਸ ਦ ਐਬਸੋਲੂਟ ਮਾਰਕਸ ਦੈਟ ਈਚ ਸਕੋਰਡ। ਉਹਨੇ ਐਬਸੋਲੂਟ ਮਾਰਕਸ ਦੱਸੇ ਹੋਏ ਆ, ਮੈਂ ਦੱਸਣਾ ਵਾ ਕਿ ਇਹਦੇ ਚੋਂ ਕਿਹੜੇ ਮਾਰਕਸ ਇੱਦਾਂ ਦੇ ਮੈਂ ਪੁੱਟ ਕਰਾਂ ਦੋਨਾਂ ਦੇ ਐਕਸ ਦੀ ਵੈਲਿਊ ਤਾਂ ਜੋ ਉਮਰ ਦੀ ਪਰਸੈਂਟੇਜ ਜ਼ਿਆਦਾ ਆਏ ਕਿਹੜੇ ਤੋਂ? ਸਾਹਿਲ ਤੋਂ। ਹੁਣ ਧਿਆਨ ਨਾਲ ਦੇਖੋ, ਦੇਖੋ ਜ਼ਿਆਦਾ ਕੀ ਹੈ ਕਿ ਤੁਸੀਂ ਇਹਨੂੰ ਇੱਕ ਇਕੁਏਸ਼ਨ ਬਣਾ ਕੇ ਸੋਲਵ ਕਰੋ, ਜਾਂ ਕੀ ਹੈ ਮੈਂ ਸਾਰੇ ਆਪਸ਼ਨਸ ਪੁੱਟ ਕਰਕੇ ਦੇਖ ਸਕਦਾ, ਪਰਸੈਂਟੇਜ ਕੱਢ ਲਵਾਂ ਕਿ 20% ਦਾ ਫਰਕ ਆਊਗਾ, ਮੇਰਾ ਆਨਸਰ ਹੈ। ਪਰ ਆਪਸ਼ਨ ਕਿਹੜਾ ਪੁੱਟ ਕਰਨਾ ਉਹ ਵੀ ਇੱਕ ਟ੍ਰਿਕ ਹੁੰਦਾ ਵਾ। ਸੋ ਮੈਂ ਕੀ ਦੇਖੂੰਗਾ ਕਿ 6 ਤੇ 8 ਦੀ ਗੱਲ ਕਰ ਰਿਹਾ ਵਾ, ਕਟਿੰਗ ਹੋਣੀ ਚਾਹੀਦੀ ਹੈ, ਤੇ 6 ਤੇ 8 ਦਾ ਮਲਟੀਪਲ ਕਿਹੜਾ ਆ ਰਿਹਾ, ਜਿਹੜਾ ਨੰਬਰ ਇਹਨਾਂ ਦੋਨਾਂ ਦਾ ਮਲਟੀਪਲ ਹੋਵੇ। ਸੋ 45 ਨਾ 6 ਦਾ ਨਾ 8 ਦਾ। ਹੁਣ 6 ਦਾ ਮਲਟੀਪਲ 42 ਤਾਂ ਹੈ ਪਰ 8 ਦਾ ਮਲਟੀਪਲ ਨਹੀਂ ਹੈ। 6 ਦਾ ਮਲਟੀਪਲ 48 ਹੈ ਤੇ 8 ਦਾ ਮਲਟੀਪਲ ਵੀ 48 ਹੈ। 6 ਦਾ ਮਲਟੀਪਲ ਜਿਹੜਾ ਵਾ ਉਹ 48 ਹੈ, 8 ਦਾ ਮਲਟੀਪਲ ਨਹੀਂ ਹੈ। ਹੁਣ ਤੁਸੀਂ ਦੇਖੋਗੇ ਜਦੋਂ ਮੈਂ 48 ਪੁੱਟ ਕਰੂੰਗਾ, ਇੱਥੇ 48 ਪੁੱਟ ਕਰ ਦਿਓ ਬਾਈ 60, ਇੱਥੇ ਕਰ ਦਿਓ 48 ਬਾਈ 80। ਠੀਕ ਹੈ, ਹੁਣ ਦੇਖੋ 60 ਦੇ 6 ਦੇ ਟੇਬਲ 'ਚ ਕਰਾਂਗੇ ਤਾਂ 10, ਇਹਨੂੰ 6 ਦੇ ਟੇਬਲ 'ਚ ਕਰਾਂਗੇ ਤਾਂ 8। ਪਰਸੈਂਟ ਦਾ ਮਤਲਬ ਹੀ ਕੀ ਹੁੰਦਾ? ਪਰ 100। ਇਹ 8 ਨੰਬਰ ਹੈ 10 ਦੇ ਬਦਲੇ, 100 ਦੇ ਬਦਲੇ ਕਿੰਨੇ? 80। ਸੋ ਇੱਥੇ ਆ ਗਿਆ 80%। ਹੁਣ ਇਹਦੀ ਗੱਲ ਕਰਾਂਗੇ 80 ਦੇ 8 ਦੇ ਟੇਬਲ ਦੇ ਵਿੱਚ ਇੱਥੇ ਆ ਗਿਆ 10, ਇੱਥੇ ਕਿੰਨਾ ਆਊਗਾ 8, 6 ਦਾ 48। ਇੱਥੇ ਅਗਰ ਮੈਂ 100 ਬਣਾਤਾ ਤਾਂ ਕਿੰਨਾ ਆ ਗਿਆ 60। ਕਿੰਨਾ ਗੈਪ ਆ ਗਿਆ? 20 ਦਾ ਗੈਪ ਆ ਗਿਆ। ਸੋ ਸਾਡਾ ਆਨਸਰ ਕਿੰਨਾ ਹੋਊਗਾ? 48। ਠੀਕ ਹੈ ਜੀ, ਬਾਕੀ ਸੋਲਵ ਵੀ ਕੀਤਾ ਜਾ ਸਕਦਾ ਵਾ ਪਰ ਆਪਸ਼ਨਸ ਦੇ ਨਾਲ ਵੀ ਅਸੀਂ ਹਿੱਟ ਕਰ ਸਕਦੇ ਹਾਂ। ਠੀਕ ਹੈ ਜੀ, ਚਲੋ। ਸੋ ਅਗੇਨ ਅਗਰ ਤੁਸੀਂ ਸਿਲੈਕਸ਼ਨ ਲੈਣਾ ਚਾਹੁੰਦੇ ਹੋ, ਐਕਚੁਅਲ ਦੇ ਵਿੱਚ ਪੇਪਰ ਕਿੱਦਾਂ ਕਲੀਅਰ ਕੀਤਾ ਜਾਂਦਾ ਹੈ, ਕਿੰਨਾ ਪੜ੍ਹਨਾ ਪੈਂਦਾ ਹੈ, ਠੀਕ ਹੈ। ਦੇਖੋ ਬਹੁਤ ਸਾਰੇ ਜੋ ਟੀਚਰਸ ਹੈ ਉਹ ਤੁਹਾਨੂੰ ਦੱਸ ਦੂੰਗਾ ਕਿ ਇੰਨਾ ਚੀਜ਼ ਕਰ ਲਓ ਹੋ ਜਾਊਗਾ, ਇੰਨਾ ਬਸ ਆਹ ਚੀਜ਼ ਕਰ ਲਓ ਹੋ ਜਾਊਗਾ। ਥੋੜਾ ਪੜ੍ਹਨ ਦੇ ਨਾਲ ਕੰਪੀਟੀਸ਼ਨ ਜਿਹੜਾ ਵਾ ਉਹ ਕ੍ਰੈਕ ਨਹੀਂ ਹੁੰਦਾ।
ਐਕਚੁਅਲ 'ਚ ਪੜ੍ਹਨਾ ਕਿੰਨਾ ਵਾ, ਜਿੰਨਾ ਕਿ ਅਸੀਂ ਆਪਣੇ ਕੰਪੀਟੀਟਰ ਨੂੰ ਬੀਟ ਕਰ ਪਾਏ। ਅਗਰ ਮੇਰੇ ਕੰਪੀਟੀਟਰ ਨੇ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਵਾ ਤਾਂ ਮੈਂ ਉਹ ਤੋਂ ਜ਼ਿਆਦਾ ਪੜ੍ਹੂੰਗਾ, ਤਾਂ ਜਾ ਕੇ ਮੈਂ ਉਹਨੂੰ ਬੀਟ ਕਰ ਪਾਊਂਗਾ, ਤਾਂ ਮੈਨੂੰ ਸੀਟ ਮਿਲੂਗੀ, ਠੀਕ ਹੈ। ਸੋ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਸਾਰਿਆਂ ਨੂੰ ਜੋਬ ਨਹੀਂ ਮਿਲਦੀ, ਜੋ ਕਿ ਤੁਹਾਡੀ ਗ੍ਰੈਜੂਏਸ਼ਨ ਦੇ ਵਿੱਚ ਸਾਰਿਆਂ ਨੂੰ ਡਿਗਰੀ ਮਿਲ ਜਾਂਦੀ ਹੈ। ਕੰਪੀਟੀਸ਼ਨ 'ਚ ਕਿਹਨੂੰ ਸੀਟ ਮਿਲਦੀ ਹੈ, ਕੌਣ ਜਿੱਤਦਾ ਹੈ? ਜਿਹੜਾ ਕਿ ਰੇਸ ਨੂੰ ਜਿੱਤ ਲੈਂਦਾ ਹੈ, ਬਾਕੀਆਂ ਨੂੰ ਪਿੱਛੇ ਛੱਡਦਾ ਹੈ, ਠੀਕ ਹੈ। ਸੋ ਤੁਸੀਂ ਵੀ ਇੰਨਾ ਪੜ੍ਹਨਾ ਤਾਂ ਤੁਸੀਂ ਆਪਣੇ ਕੰਪੀਟੀਟਰ ਨੂੰ ਬੀਟ ਕਰ ਸਕੋ, ਠੀਕ ਹੈ। ਸੋ ਆਲ ਦਾ ਵੈਰੀ ਬੈਸਟ ਫॉर PSSB ਐਗਜ਼ਾਮ। ਥੈਂਕ ਯੂ।